ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ, ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਦੋਸਤੋ, ਤੁਹਾਡੇ ਵੱਲੋਂ ਸੱਜਣ ਮੀਡੀਆ ਚੈਨਲ ਨੂੰ ਮਿਲ ਰਿਹਾ ਹੁੰਗਾਰਾ ਸਾਨੂੰ ਬਹੁਤ ਹੌਸਲਾ ਵਧਾਉਂਦਾ ਹੈ ਔਰ ਸਾਡਾ ਪ੍ਰੇਰਨਾ ਸਰੋਤ ਵੀ ਮੁੱਖ ਤੌਰ 'ਤੇ ਇਹੀ ਹੈ। ਅਤੇ ਅੱਜ ਅਸੀਂ ਗੱਲ ਕਰਾਂਗੇ ਕਿ 2024 ਦੀ ਜਿਹੜੀਆਂ ਚੋਣਾਂ ਹੋਣੀਆਂ ਲੋਕ ਸਭਾ ਦੀਆਂ, ਉਸ ਨੂੰ ਲੈ ਕੇ ਸਾਰੀਆਂ ਰਾਜਸੀ ਪਾਰਟੀਆਂ ਆਪੋ ਆਪਣੇ ਢੰਗ ਨਾਲ, ਆਪੋ ਆਪਣੇ ਦਾਅ ਪੇਚਾਂ ਨਾਲ ਭਾਰਤੀ ਜਨਤਾ ਪਾਰਟੀ ਦਾ ਬਦਲ ਬਣਨ ਲਈ ਔਰ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਆਪਣੀ ਸੱਤਾ ਨੂੰ ਕਾਇਮ ਰੱਖਣ ਦੇ ਲਈ ਹਰ ਤਰ੍ਹਾਂ ਦੀ ਤਿਆਰੀ, ਹਰ ਪੱਖ ਤੋਂ ਤਿਆਰੀ ਉਹਨਾਂ ਨੇ ਵੀ ਸ਼ੁਰੂ ਕੀਤੀ ਹੋਈ ਹੈ। ਸੋ ਇਸ ਕਰਕੇ ਜਦੋਂ ਅਸੀਂ ਇਹ ਸਾਰੀ ਸਥਿਤੀ ਦੇਖਦੇ ਹਾਂ ਕਿ ਇਸ ਵੇਲੇ ਚਾਹੇ ਵਿਧਾਨ ਸਭਾ ਦੀਆਂ ਚੋਣਾਂ ਹੋਣ, ਉਹਦੇ ਵਿੱਚ ਵੀ ਕੋਸ਼ਿਸ਼ ਇਹ ਰਹਿੰਦੀ ਹੈ ਕਿ 2024 ਦੇ ਜਿਹੜਾ ਪਰਛਾਵਾਂ ਹੈ ਉਹਨਾਂ ਚੋਣਾਂ ਤੇ ਜ਼ਰੂਰ ਰਹਿੰਦਾ ਕਿ ਇੱਥੋਂ 2024 'ਚ ਕਿਸ ਤਰ੍ਹਾਂ ਦੇ ਨਤੀਜੇ ਜਿਹੜੀਆਂ ਵੱਖ-ਵੱਖ ਪਾਰਟੀਆਂ ਲੈ ਸਕਦੀਆਂ ਵੱਖ-ਵੱਖ ਰਾਜਾਂ ਦੇ ਉੱਤੋਂ। ਤੇ ਅਸੀਂ ਦੇਖਦੇ ਹਾਂ ਕਿ ਇਸ ਵਾਰ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਬਦਲ ਬਣਨ ਦੇ ਲਈ ਦੱਖਣ ਦੇ ਜਿਹੜੇ ਆਗੂ ਹੈ ਉਹ ਜ਼ਿਆਦਾ ਸਰਗਰਮ ਨੇ। ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਇੱਕ ਖੇਤਰੀ ਪਾਰਟੀਆਂ ਦਾ ਜਿਹੜਾ ਗੱਠਜੋੜ ਹੈ, ਫਰੰਟ ਹੈ, ਉਹ ਬਣਾਇਆ ਜਾਵੇ ਤੇ ਕਾਂਗਰਸ ਨੂੰ ਉਸ ਤੋਂ ਪਾਸੇ ਰੱਖਿਆ ਜਾਵੇ। ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰ ਸ਼ੇਖਰ, ਜਿਨ੍ਹਾਂ ਨੂੰ KCR ਦੇ ਨਾਂ ਨਾਲ ਵੀ ਜਾਣਿਆ ਜਾਂਦਾ, ਉਹਨਾਂ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਕੇਜਰੀਵਾਲ ਉਹਨਾਂ ਨਾਲ ਵੀ ਮੁਲਾਕਾਤ ਕੀਤੀ, ਭਗਵੰਤ ਮਾਨ ਹੋਣਾ ਨਾਲ ਵੀ ਮੁਲਾਕਾਤ ਕੀਤੀ ਔਰ ਬਾਕੀ ਵੀ ਜਿਹੜੇ ਦੱਖਣ ਦੇ ਆਗੂ ਹੈ, ਕੇਰਲਾ ਦੇ ਵਿੱਚ ਜਾ ਕੇ ਉਹਨਾਂ ਨੇ ਮੁਲਾਕਾਤ ਕੀਤੀ ਹੈ, ਮਹਾਰਾਸ਼ਟਰ 'ਚ, ਤੇ ਜਿਹੜੀ ਤ੍ਰਿਣਮੂਲ ਕਾਂਗਰਸ ਹੈ ਉਹਦੇ ਮੁਖੀ ਉਹਨਾਂ ਨਾਲ ਵੀ ਉਹਨਾਂ ਨੇ ਜਿਹੜੀ ਹੈ ਆਪਣਾ ਮਿਲਣ ਦਾ ਪ੍ਰੋਗਰਾਮ ਰੱਖਿਆ। ਕਹਿਣ ਤੋਂ ਭਾਵ ਹੈ ਕਿ ਉਹ ਹਰ ਕੋਸ਼ਿਸ਼ ਕਰ ਰਿਹਾ ਹੈ ਕਿ ਜਿਹੜੀਆਂ ਖੇਤਰੀ ਪਾਰਟੀਆਂ ਉਹਨਾਂ ਨਾਲ ਗੱਠਜੋੜ ਬਣਾਇਆ ਜਾਵੇ। ਖਾਸ ਕਰਕੇ ਜਦੋਂ ਉੱਤਰ ਭਾਰਤ ਦੇ ਵਿੱਚ ਜਿਹੜੀਆਂ ਹੁਣ ਚੋਣਾਂ ਹੋ ਕੇ ਹਟੀਆਂ ਤੇ 3 ਰਾਜ ਉਹਨਾਂ 'ਚ ਉੱਤਰ ਭਾਰਤ 'ਚ ਆਉਂਦੇ ਆ, ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਪੰਜਾਬ। ਇਹਨਾਂ ਤਿੰਨਾਂ 'ਚ ਜਿਸ ਢੰਗ ਨਾਲ ਕਾਂਗਰਸ ਦੀ ਬੁਰੀ ਹਾਲਤ ਹੋਈ ਹੈ, ਜਦੋਂ ਕਿ ਲੱਗਦਾ ਇਹ ਨਹੀਂ ਸੀਗਾ ਕਿ ਇੰਨੀ ਬੁਰੀ ਹਾਲਤ ਹੋਏਗੀ, ਤਾਂ ਉਸ ਤੋਂ ਬਾਅਦ ਉਹਨਾਂ ਨੇ ਚਿੰਤਨ ਸ਼ਿਵਰ ਵੀ ਕੀਤਾ। ਪਰ ਚਿੰਤਨ ਸ਼ਿਵਰ ਤੋਂ ਬਾਅਦ ਵੀ ਅਜੇ ਲੱਗਦਾ ਨਹੀਂ ਕਿ ਕਾਂਗਰਸ ਆਪਣੇ ਆਪ ਤੇ ਸੰਭਲੀ ਹੈ ਤੇ ਉਹਨਾਂ ਨੇ ਸਵੈ ਗੋਲ ਕਰਨ ਲਈ ਬਹੁਤ ਸਾਰੇ ਜਿਹੜੇ ਰਾਹ ਆਪਣੇ ਲਈ ਖੋਲ੍ਹੇ ਹੋਏ ਹੈ ਤੇ ਬਹੁਤ ਸਾਰੇ ਤਾਂ ਚਰਚਾਵਾਂ ਦੇ ਵਿੱਚ ਉਸ ਨੂੰ ਇਹ ਕਿਹਾ ਜਾ ਸਕਦਾ ਹੈ ਜਾਂ ਕਿਹਾ ਜਾਂਦਾ ਹੈ ਕਿ ਉਹ ਖੁਦਕੁਸ਼ੀ ਦੇ ਰਾਹ ਪਈ ਹੋਈ ਹੈ। ਸੋ ਇਸ ਕਰਕੇ ਇਹ ਜਿਹੜੀ ਸਾਰੀ ਸਥਿਤੀ ਬਣੀ ਹੈ, ਇਸ ਦੇ ਉੱਤੇ ਅਸੀਂ ਅੱਜ ਚਰਚਾ ਕਰਾਂਗੇ। ਇਸ ਚਰਚਾ ਦੇ ਲਈ ਸਾਡੇ ਨਾਲ ਜੁੜੇ ਨੇ ਉੱਘੇ ਵਿਦਵਾਨ, ਉੱਘੇ ਬੁੱਧੀਜੀਵੀ ਸਤਨਾਮ ਚਾਨਾ ਜੀ, ਜਿਹੜੇ ਖਾਸ ਕਰਕੇ ਜਿਹੜੀ ਸਾਡੇ ਦੇਸ਼ ਦੀ ਰਾਜਨੀਤੀ ਹੈ ਉਹ ਕਿਸ ਦਿਸ਼ਾ ਨੂੰ ਜਾ ਰਹੀ ਹੈ ਤੇ ਕਿਸ ਦਿਸ਼ਾ ਨੂੰ ਜਿਹੜੀ ਹੈ ਸਰਗਰਮੀਆਂ ਉਹ ਉਹਨੂੰ ਲੈ ਕੇ ਜਾ ਰਹੀਆਂ, ਤਾਂ ਨਾਲ ਦੀ ਨਾਲ ਤੇ ਹਾਕਮ ਧਿਰ ਜਿਹੜੀ ਹੈ ਉਹ ਆਪਣੀ ਸੱਤਾ ਨੂੰ ਬਚਾਈ ਰੱਖਣ ਲਈ ਕੀ ਕਰ ਰਹੀ ਹੈ, ਇਹ ਸਾਰੇ ਦੇ ਉੱਤੇ ਉਹਨਾਂ ਦੀ ਬੜੀ ਤਿੱਖੀ ਨਜ਼ਰ ਰਹਿੰਦੀ ਹੈਗੀ ਹੈ। ਚਾਨਾ ਜੀ, ਤੁਹਾਡਾ ਇਸ ਪ੍ਰੋਗਰਾਮ 'ਚ ਸਵਾਗਤ ਹੈ। ਸ਼ੁਕਰੀਆ ਜੰਡੂ ਸਾਹਿਬ। ਚਾਨਾ ਜੀ, ਇਹ ਜਿਹੜੀ ਸਾਰੀ ਸਥਿਤੀ ਬਣ ਰਹੀ ਹੈਗੀ ਹੈ, ਕੋਸ਼ਿਸ਼ ਤਾਂ ਸਾਰਿਆਂ ਦੀ ਇਹ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹਨੂੰ ਸੱਤਾ ਤੋਂ ਪਾਸੇ ਕੀਤਾ ਜਾਵੇ। ਉਹਦੇ ਲਈ ਖੇਤਰੀ ਪਾਰਟੀਆਂ ਆਪਣੇ ਤੌਰ ਤੇ ਯਤਨ ਕਰ ਰਹੀਆਂ। ਕਾਂਗਰਸ ਨੂੰ ਜਿਸ ਤਰ੍ਹਾਂ ਦੇ ਯਤਨ ਕਰਨੇ ਚਾਹੀਦੇ ਹੈ, ਜਾਂ ਕਾਂਗਰਸ ਨੂੰ ਜਿਸ ਤਰ੍ਹਾਂ ਪਹਿਲਾਂ ਉਹਨਾਂ ਨੇ 2 ਵਾਰ ਅਗਵਾਈ ਦੇ ਕੇ, ਇੱਕ ਵਾਰੀ ਮਦਦ ਕਰਕੇ ਤੇ ਬਾਹਰ ਰਹਿ ਕੇ ਮਦਦ ਕੀਤੀ, ਫਰੰਟ ਦੀ UPA ਬਣਿਆ, ਫਿਰ UPA ਦੇ ਵਿੱਚ 2 ਵਾਰ UPA ਦੀ ਜਿਹੜੀ ਸਰਕਾਰ ਰਹੀ ਹੈ ਕੇਂਦਰ 'ਚ, ਤੇ ਹੁਣ ਵੀ ਅੱਗੇ ਜੇ ਉਹ UPA 3rd ਬਣਾਉਣ ਦੇ ਲਈ ਪਹਿਲ ਕਦਮੀ ਕਰਨ ਤਾਂ ਖੱਬੀਆਂ ਪਾਰਟੀਆਂ ਵੀ ਅਜੇ ਇਸ ਬਾਰੇ ਕੁਝ ਨਹੀਂ ਬੋਲ ਰਹੀਆਂ ਤੇ ਖੇਤਰੀ ਪਾਰਟੀਆਂ ਜਿਸ ਤਰ੍ਹਾਂ ਪਹਿਲਾਂ ਨਾਲ ਜੁੜੀਆਂ ਸੀ, ਪਹਿਲਾਂ ਤਾਂ ਇੱਥੇ ਲਾਲੂ ਪ੍ਰਸ਼ਾਦ ਹੋਣੀ ਐਕਟਿਵ ਸੀਗੇ ਬਿਹਾਰ 'ਚ, ਇਸ ਤਰ੍ਹਾਂ ਹੀ ਮੁਲਾਇਮ ਸਿੰਘ ਯਾਦਵ ਹੋਣੀ UP ਸੀਗੇ, ਤਾਂ ਵੱਖਰੀ ਕਿਸਮ ਦੀ ਸਥਿਤੀ ਸੀ। ਤੇ ਮੌਜੂਦਾ ਸਥਿਤੀ 'ਚ ਤੁਸੀਂ ਸਾਰਾ ਇਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਜਿਹੜੀ ਹਾਕਮ ਧਿਰ ਹੈ ਜਿਹਨੇ ਇੰਨੇ ਵੱਡੇ ਪੱਧਰ ਤੇ ਤਿਆਰੀ ਆਰੰਭੀ ਹੋਈ ਹੈ ਤੇ ਹਰ ਪੱਖ ਤੋਂ ਜਿਹੜੇ ਹਰ ਸਾਧਨ ਜਿਹੜੇ ਲੋੜ ਹੁੰਦੀ ਹੈ ਚੋਣਾਂ ਦੇ ਲਈ ਉਹ ਉਹਨਾਂ ਨੇ ਬੜੀ ਵੱਡੇ ਪੱਧਰ ਤੇ ਇਕੱਤਰ ਕੀਤੇ ਹੋਏ ਹੈ, ਆਰਗੇਨਾਈਜੇਸ਼ਨ ਵੀ ਮਜ਼ਬੂਤ ਹੈ, ਤੇ ਉਸ ਸਥਿਤੀ 'ਚ ਇਹ ਸਾਰੇ 'ਚ ਤੁਹਾਡੀ ਕੀ ਰਾਏ ਹੈ ਕਿ ਇਹ ਜਿਹੜਾ ਗੱਠਜੋੜ ਹੈ ਇਹ ਕਿਸ ਪਾਸੇ ਨੂੰ ਵੱਧ ਰਿਹਾ ਹੈ ਤੇ ਕੀ ਖੇਤਰੀ ਪਾਰਟੀਆਂ ਦਾ ਗੱਠਜੋੜ ਹੀ ਇਹਦਾ ਬਦਲ ਬਣ ਸਕਦਾ? ਜੰਡੂ ਸਾਹਿਬ, ਪਹਿਲਾਂ ਤਾਂ ਇੱਕ ਗੱਲ ਅਸੀਂ ਸਪਸ਼ਟ ਕਰ ਲਈਏ ਵੀ ਯੂਨਾਈਟਿਡ ਫਰੰਟ ਕਿਹਨੂੰ ਕਹਿੰਦੇ ਅਸੀਂ, ਗੱਠਜੋੜ ਹੈ ਜਿਹੜਾ ਉਹ ਕਿਹਨੂੰ ਕਹਿੰਦੇ ਆ।
ਉਹ ਇਹ ਆ ਕਿ ਬਹੁਤ ਸਾਰੀਆਂ ਫੋਰਸਸ ਆ ਜਿਹੜੀਆਂ ਉਹਨਾਂ ਦੇ ਵਿੱਚ ਕੋਈ ਸਾਂਝ ਹੈਗੀ ਆ, ਜਿਸ ਕਰਕੇ ਉਹ ਇਕੱਠੀਆਂ ਹੁੰਦੀਆਂ। ਉਹ ਅਲੱਗ-ਅਲੱਗ ਇਸ ਕਰਕੇ ਆ ਕਿ ਉਹਨਾਂ ਦੇ ਵਿੱਚ ਡਿਫਰੈਂਸਸ ਹੁੰਦੇ ਆ। ਉਹ ਤਾਂ ਅਲੱਗ-ਅਲੱਗ ਪਾਰਟੀਆਂ ਨੇ ਕਿ ਉਹਨਾਂ ਦੇ ਪ੍ਰੋਗਰਾਮ ਆਪਣੇ-ਆਪਣੇ ਆ, ਜਿਨ੍ਹਾਂ ਦਾ ਕੋਈ ਭਾਗ ਦੂਸਰੇ ਨਾਲ ਨਹੀਂ ਮਿਲਦਾ। ਲੇਕਿਨ ਯੂਨਾਈਟਿਡ ਫਰੰਟ ਤਾਂ ਬਣਦਾ ਆ ਜੇ ਉਹਨਾਂ ਦੇ ਵਿੱਚ ਕੋਈ ਸਾਂਝ ਦਾ ਨੁਕਤਾ ਵੀ ਹੋਵੇ। ਔਰ ਇਸ ਕਰਕੇ ਸਾਂਝ ਵਾਲੀ ਗੱਲ ਆ ਜਿਹੜੀ, ਉਹਦੇ ਤੇ ਆਉਣ ਵਾਸਤੇ ਜਿਹੜੇ ਡਿਫਰੈਂਸਸ ਹੈਗੇ ਆ, ਉਹਨਾਂ ਨੂੰ ਕਈ ਵਾਰੀ ਅਬੰਡਨ ਕਰਨਾ ਪੈਂਦਾ ਆ, ਉਹਨਾਂ ਨੂੰ ਪਿੱਛੇ ਰੱਖਣਾ ਪੈਂਦਾ ਆ ਕਿ ਇਸ ਵੇਲੇ ਪ੍ਰਮੁੱਖ ਸਾਂਝ ਵਾਲੀ ਗੱਲ ਹੈਗੀ ਆ, ਤੇ ਜਿਹੜੇ ਡਿਫਰੈਂਸਸ ਆ ਉਹ ਆਪਣੇ ਅਗਲੇ ਪ੍ਰੋਸੈਸ ਦੇ ਵਿੱਚ ਜਿਹੜੇ ਨਾ ਉਹ ਹੱਲ ਕਰਦੇ ਰਹਿਣ। ਇਸ ਕਰਕੇ ਇਸ ਵੇਲੇ ਜੋ ਯੂਨਾਈਟਿਡ ਫਰੰਟ ਬਣਾਉਣ ਦੇ ਯਤਨ ਕੀਤੇ ਜਾ ਰਹੇ ਆ, ਉਹਨਾਂ ਦਾ ਮਨੋਰਥ ਇਹ ਆ ਕਿ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਿਵੇਂ ਕੀਤਾ ਜਾਵੇ। ਔਰ ਉਹ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਨਾ ਸਿਰਫ ਉਹਨਾਂ ਪਾਰਟੀਆਂ ਦਾ ਹੀ ਬਹੁਤਾ ਮਤਲਬ ਇਸ ਤਰ੍ਹਾਂ ਏਜੰਡਾ ਇਕੱਲਿਆਂ ਦਾ ਹੀ ਨਹੀਂ ਹੈ, ਲੇਕਿਨ ਓਵਰਆਲ ਜਦੋਂ ਉਹਨਾਂ ਦੀ ਪਰਫਾਰਮੈਂਸ ਦੇਖੀ ਜਾ ਰਹੀ ਹੈ ਨੈਸ਼ਨਲ ਲੈਵਲ ਦੇ ਉੱਤੇ ਜਾਂ ਸੂਬਿਆਂ ਦੇ ਪੱਧਰ ਦੇ ਉੱਤੇ, ਉਹ ਇਸ ਵੇਲੇ ਦੀ ਮੰਗ ਹੈਗੀ ਆ, ਡਿਮਾਂਡ ਹੈਗੀ ਆ ਕਿ ਹੁਣ ਇਸ ਨੂੰ ਪਾਸੇ ਕਰ ਦੇਣਾ ਚਾਹੀਦਾ। ਇਹਦੇ ਦੁਆਲੇ ਜਿਹੜੇ ਨਾ ਯਤਨ ਕੀਤੇ ਜਾ ਰਹੇ ਆ। ਇਸ ਵਾਰ ਇਨੀਸ਼ੀਏਟਿਵ ਹੈ ਜਿਹੜਾ ਪਹਿਲ ਕਦਮੀ ਆ, ਉਹ ਖੇਤਰੀ ਪਾਰਟੀਆਂ ਨੇ ਲਈ ਹੋਈ ਆ। ਔਰ ਖੇਤਰੀ ਪਾਰਟੀਆਂ ਦੇ ਹੱਥ ਇਸ ਕਰਕੇ ਉਹਦੀ ਪਹਿਲ ਕਦਮੀ ਜਾ ਰਹੀ ਆ ਕਿਉਂਕਿ ਬਹੁਤ ਸਾਰੀਆਂ ਪਾਲਿਸੀਜ਼ ਕੇਂਦਰ ਸਰਕਾਰ ਦੀਆਂ ਪਿਛਲੀਆਂ 2 ਟਰਮਾਂ ਤੋਂ ਜਿਹੜੀਆਂ ਬਣੀਆਂ, ਉਹਨਾਂ ਨੇ ਸੂਬਿਆਂ ਦੇ ਅਧਿਕਾਰਾਂ ਨੂੰ ਪੁੰਝੇ ਲਾ ਦਿੱਤਾ ਹੋਇਆ ਔਰ ਉਹ ਬੜੀ ਮੁਸ਼ਕਲ ਦੇ ਵਿੱਚੋਂ ਦੀ ਲੰਘ ਰਹੇ। ਫਾਰ ਐਗਜ਼ਾਮਪਲ ਮੈਂ ਉਦਾਹਰਣ ਦੇ ਤੌਰ ਤੇ ਗੱਲ ਕਰਦੇ ਹਾਂ ਕਿ GST ਨੇ ਜਿਹੜੇ ਸੂਬੇ ਹੈਗੇ ਆ ਉਹਨਾਂ ਦੇ ਰਿਸੋਰਸਿਸ ਨੂੰ ਇਸ ਤਰ੍ਹਾਂ ਤੰਗ ਕਰ ਦਿੱਤਾ ਆ ਕਿ ਉਹਨਾਂ ਕੋਲ ਸਾਧਨ ਹੀ ਨਹੀਂ ਰਹੇ ਆਪਣੇ ਸੂਬਿਆਂ ਨੂੰ ਡਿਵੈਲਪ ਕਰਨ ਦੇ, ਜਾਂ GST ਦਾ ਉਹਨਾਂ ਸੂਬਿਆਂ ਨੂੰ ਬਣਦਾ ਹਿੱਸਾ ਜਿਹੜਾ ਉਹ ਲਮਕਾਇਆ ਜਾ ਰਿਹਾ ਲਗਾਤਾਰ, ਤਾਂ ਕਿ ਉਹ ਆਰਥਿਕ ਸੰਕਟ ਦੇ ਵਿੱਚੋਂ ਦੀ ਗੁਜ਼ਰਨ ਤੇ ਉਹਨਾਂ ਨੂੰ ਲੋਕ ਜਿਹੜੇ ਆ ਉਹਨਾਂ ਨੂੰ ਪਰੇਸ਼ਾਨੀ ਖੜੀ ਹੋਵੇ, ਤਾਂ ਕਿ ਉਹਨਾਂ ਦਾ ਭਰੋਸਾ ਉੱਠੇ ਰੀਜਨਲ ਪਾਰਟੀਆਂ ਤੋਂ। ਸੋ ਇਸ ਕਰਕੇ ਜਿਹੜੀਆਂ ਰੀਜਨਲ ਪਾਰਟੀਆਂ ਨੂੰ ਤੰਗੀ ਆ ਰਹੀ ਆ ਤੇ ਉਹਨਾਂ ਦੇ ਸੂਬਿਆਂ ਦੇ ਸੱਭਿਆਚਾਰ ਨੂੰ ਤੰਗੀ ਆ ਰਹੀ, ਉਹ ਸੂਬੇ ਦੀ ਇਕਨੋਮੀ ਨੂੰ ਤੰਗੀ ਆ ਰਹੀ ਆ, ਉਹਦੇ ਵਿੱਚੋਂ ਇਹ ਯੂਨਾਈਟਿਡ ਫਰੰਟ ਬਣਾਉਣ ਦੇ ਯਤਨ ਹੋ ਰਹੇ ਆ। ਔਰ ਜਿਸ ਤਰ੍ਹਾਂ ਤੁਸੀਂ ਇਹ ਗੱਲ ਆਖੀ ਆ ਕਿ ਉਹ ਆਪਣੇ ਤੌਰ ਤੇ ਯਤਨ ਕਰ ਰਹੇ ਆ, ਔਰ ਉਹਦੇ ਵਿੱਚ ਬਹੁਤ ਸਾਰੀਆਂ ਜੰਡੂ ਸਾਹਿਬ ਕੰਟਰਡਿਕਸ਼ਨਸ ਨੇ ਜਿਹੜੀਆਂ ਇਹ ਸ਼ਾਇਦ ਉਹਨਾਂ ਨੂੰ ਇੱਕ ਮਤ ਹੋਣ ਦੇ ਵਿੱਚ ਜਿਹੜਾ ਨਾ ਸਹਾਈ ਨਹੀਂ ਹੋਣਗੀਆਂ ਕਿ ਉਹ ਕੱਲੀਆਂ ਖੇਤਰੀ ਪਾਰਟੀਆਂ ਹੀ ਆਪਣਾ ਇੱਕ ਫਰੰਟ ਬਣਾ ਲੈਣ ਜਿਹਦੇ ਚੋਂ ਕਾਂਗਰਸ ਦਾ ਕੋਈ ਰੋਲ ਨਾ ਹੋਵੇ, ਨੈਸ਼ਨਲ ਪਾਰਟੀ ਦਾ ਕੋਈ ਰੋਲ ਨਾ ਹੋਵੇ, ਹਨਾ, ਇਸ ਤਰ੍ਹਾਂ ਦੇ। ਲੇਕਿਨ ਜਦੋਂ ਉਹਨਾਂ ਦੇ ਅੰਦਰ ਅਸੀਂ ਬਰੀਕੀ ਦੇ ਨਾਲ ਝਾਤ ਮਾਰਦੇ ਤਾਂ ਇਹ ਸੰਭਵ ਨਹੀਂ ਹੋਣਾ, ਪਰ ਉਹਦਾ ਰੋਲ ਕਿੰਨਾ ਹੋ ਸਕਦਾ ਇਸ ਸਟੇਜ ਦੇ ਉੱਤੇ, ਇਹਦੇ ਉੱਤੇ ਭਾਵੇਂ ਉਹਨਾਂ ਦੇ ਡਿਫਰੈਂਸਸ ਰਹਿਣਗੇ। ਸੋ ਇਸ ਕਰਕੇ ਇਸ ਸਮੇਂ 2024 ਨੂੰ ਜਦੋਂ ਧਿਆਨ ਦੇ ਵਿੱਚ ਇਹ ਸਾਰਾ ਕੁਝ ਕੀਤਾ ਜਾ ਰਿਹਾ, ਤੇ ਇਹ ਆ ਕਿ ਜਿਹੜੀ ਪਹਿਲ ਕਦਮੀ ਲਈ ਆ ਖੇਤਰੀ ਪਾਰਟੀਆਂ ਨੇ, ਉਹ ਇੱਕ ਬੜਾ ਪੋਜ਼ਿਟਿਵ ਕਦਮ ਹੈਗਾ ਔਰ ਉਹਦੇ ਉੱਤੇ ਕੰਮ ਹੋਣਾ ਸ਼ੁਰੂ ਹੋ ਗਿਆ ਹੈ। ਔਰ ਉਹਦੇ ਉੱਤੇ ਇੱਕ ਦੂਜੇ ਦੀ ਸਟੇਟ ਦੇ ਵਿੱਚ ਜਾਣਾ ਆਉਣਾ, ਵਿਚਾਰ ਵਟਾਂਦਰਾ ਜਿਹੜਾ ਨਾ ਉਹ ਸ਼ੁਰੂ ਹੋ ਗਿਆ ਹੈ। ਨਹੀਂ, ਉਹਦੇ ਚ ਚੱਲ ਰਹੀ, ਦੇਖੋ ਉਹਨਾਂ ਨੇ ਆਉਣ ਜਾਣ ਤੋਂ ਇਲਾਵਾ ਵੀ ਹੁਣ ਜਿਹੜੇ ਕਿਸਾਨ ਅੰਦੋਲਨ ਦੇ ਦੌਰਾਨ ਪੰਜਾਬ ਦੇ ਜਾਂ ਹਰਿਆਣੇ ਦੇ ਕਿਸਾਨ ਜਿਹੜੇ ਉੱਥੇ ਸ਼ਹੀਦ ਹੋਏ, ਉਹਨਾਂ ਦੇ ਪਰਿਵਾਰਾਂ ਨੂੰ ਬਕਾਇਦਾ ਉਹਨਾਂ ਨੇ ਆਣ ਕੇ ਇੱਥੇ ਆਰਥਿਕ ਮਦਦ ਦਿੱਤੀ। ਇਹ ਵੀ ਆਪਣੇ ਆਪ 'ਚ ਬੜੀ ਨਵੀਂ ਤੇ ਪਹਿਲੀ ਪਹਿਲ ਕਦਮੀ ਹੈ ਕਿ ਜਿਹੜੇ ਤੇਲੰਗਾਨਾ ਦੇ ਮੁੱਖ ਮੰਤਰੀ ਨੇ ਇੱਥੇ ਪੰਜਾਬ ਦੇ ਪਰਿਵਾਰ ਜਿੰਨੇ ਸੀ 543 ਦੇ ਕਰੀਬ ਪਰਿਵਾਰ ਸੀਗੇ ਤੇ 150 ਦੇ ਕਰੀਬ ਪਰਿਵਾਰ ਸੀ ਹਰਿਆਣੇ ਦਾ, ਉਹਨਾਂ ਨੂੰ ਬਕਾਇਦਾ 3-3 ਲੱਖ ਦੀ ਜਿਹੜੀ ਆਰਥਿਕ ਮਦਦ ਦਿੱਤੀ। ਉਹਦੇ ਨਾਲ ਹੀ ਜਿਹੜੇ ਪੰਜਾਬ ਦੇ 4 ਫੌਜੀ ਜਵਾਨ ਸੀਗੇ ਜਿਹੜੇ ਗਲਵਾਨ ਘਾਟੀ 'ਚ ਸ਼ਹੀਦ ਹੋਏ ਸੀ, ਉਹਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਈਆ ਵੀ ਦਿੱਤਾ। ਇਹ ਵੀ ਆਪਣੇ 'ਚ ਵੱਖਰੀ ਕਿਸਮ ਦੀ ਇੱਕ ਪਹਿਲ ਸੀਗੀ ਜਿਹਦੇ ਨਾਲ ਕਿ ਰਾਜਾਂ ਦਾ ਆਪਸੀ ਜਿਹੜਾ ਸਹਿਯੋਗ ਹੈ ਉਹ ਵਧੇ ਤੇ ਇੱਕ ਦੂਜੇ ਪ੍ਰਤੀ ਜਿਹੜੀ ਹੈ ਲੋਕਾਂ ਤੋਂ ਲੋਕਾਂ ਤੱਕ ਸਾਂਝ ਵੀ ਬਣੇ। ਇਹ ਜੰਡੂ ਸਾਹਿਬ ਠੀਕ ਹੈ, ਪਰ ਇਹਨੂੰ ਸਾਨੂੰ ਨਾ ਅਲੱਗ-ਅਲੱਗ ਕਰਕੇ ਦੇਖਣਾ ਪੈਣਾ। ਤੁਸੀਂ ਇਹ ਦੇਖੋ ਕਿ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰ ਸ਼ੇਖਰ ਰਾਓ ਕਹਿ ਕੀ ਰਹੇ ਆ? ਉਹ ਇਹ ਕਹਿ ਰਹੇ ਆ ਕਿ ਕਿਸਾਨ ਆ ਜਿਹੜੇ ਉਹ
ਅਜੇ ਵੀ ਕੇਂਦਰ ਦੀ ਸਰਕਾਰ ਨੂੰ ਬਦਲਣ ਦੇ ਸਮਰੱਥ ਹੈਗੇ ਆ, ਜਿੱਦਾਂ ਦਾ ਉਹਨਾਂ ਨੇ ਪਿੱਛੇ ਸੰਘਰਸ਼ ਲੜਿਆ। ਉਹ ਇਹ ਚਾਹੁੰਦੇ ਕਿ ਮਾਸ ਲੈਵਲ ਉੱਤੇ ਇਹ ਦੋ ਚੀਜ਼ਾਂ ਹੈਗੀਆਂ, ਇੱਕ ਪਾਰਟੀਆਂ ਦਾ ਆਪਣਾ ਯੂਨਾਈਟ ਹੋਣਾ ਇੱਕ ਦੂਜੇ ਦੇ ਨਾਲ, ਦੂਸਰਾ ਇਹ ਹੈਗਾ ਕਿ ਲੋਕਾਂ ਦੇ ਵਿੱਚ ਉਭਾਰ ਪੈਦਾ ਹੋਵੇ ਐਨ ਉਸੇ ਤਰ੍ਹਾਂ ਦਾ ਹੀ ਜਿਹੜਾ ਕਿ ਉਭਾਰ ਜਿਹੜਾ ਕਿਸਾਨ ਮੋਰਚੇ ਦੇ ਟਾਈਮ ਦੇ ਵਿੱਚ ਹੋਇਆ ਸੀ, ਔਰ ਉਹਦੀ ਸਾਰੀ ਸੇਧ ਹੈ ਜਿਹੜੀ ਉਹ ਕੇਂਦਰ ਸਰਕਾਰ ਦੇ ਖਿਲਾਫ ਸੀ, ਕੇਂਦਰ ਸਰਕਾਰ ਦੀਆਂ ਪਾਲਿਸੀਆਂ ਦੇ ਖਿਲਾਫ ਸੀ। ਔਰ ਇਸ ਤਰ੍ਹਾਂ ਉਹ ਹੋਰ ਨਜ਼ਰ ਨਾਲ ਦੇਖਦੇ ਆ ਕਿ ਅਗਰ ਇੱਕ ਵਾਰ ਫੇਰ ਜਾਂ ਇਸ ਦੀ ਕੰਟੀਨਿਊਟੀ ਦੇ ਵਿੱਚ ਕਿਸਾਨ ਫੇਰ ਆਪਣਾ ਸੰਘਰਸ਼ ਸ਼ੁਰੂ ਕਰਨ ਤੇ ਉਹ ਇਸ ਸਰਕਾਰ ਨੂੰ ਬਦਲਣ ਦੇ ਹਨਾ, ਉਹ ਇੱਕ ਮਾਸ ਲੈਵਲ ਦੇ ਉੱਤੇ ਅਸੀਂ ਇਹਨੂੰ ਅਲੱਗ ਤੋਂ ਦੇਖ ਸਕਦੇ ਹਾਂ ਕਿ ਉਹ ਇਹ ਜਿਹੜਾ ਕੰਮ ਕੀਤਾ, ਇਹ ਜਿਹੜਾ ਕਾਰਜ ਕੀਤਾ ਕਿ ਆ ਕੇ ਨਹੀਂ ਕਿਸਾਨਾਂ ਚਲੇ ਦੇ ਇਹ ਪਰਿਵਾਰਾਂ ਤਾਂ ਨੂੰ। ਬਿਲਕੁਲ ਠੀਕ ਹੈ, ਇਹ ਤਾਂ ਉਹਨਾਂ ਦੀ ਇੱਕ ਸਟ੍ਰੈਟਜੀ ਦਾ ਜਾਂ ਦਾਅਪੇਚ ਦਾ ਹਿੱਸਾ ਹੈਗਾ। ਆਪਾਂ ਆਪਣੇ ਮੁੱਖ ਗੱਲ ਤੇ ਰਹੀ ਹੈ ਕਿ ਜਿਹੜੀ ਤੁਸੀਂ ਗੱਲ ਸ਼ੁਰੂ ਕੀਤੀ ਹੈ, ਜਿਸ ਪਾਸੇ ਤੇ ਤੁਸੀਂ ਗੱਲ ਕਰ ਰਹੇ ਕਿ ਜਿਹੜਾ ਸਾਂਝਾ ਜਿਹੜਾ ਫਰੰਟ ਹੈ ਉਹਦੇ ਲਈ ਜਿਹੜਾ ਬੁਨਿਆਦੀ ਚੀਜ਼ ਹੈ, ਉਹ ਜੇ ਇੱਕ ਸਾਂਝਾ ਪ੍ਰੋਗਰਾਮ ਨਹੀਂ ਹੈ ਸਾਂਝੇ ਫਰੰਟ ਕੋਲੇ ਤਾਂ ਉਹਦਾ ਚੱਲਣਾ ਔਖਾ। ਉਹਨਾਂ 'ਚ ਇੰਨੇ ਮਤਭੇਦ ਹੁੰਦੇ ਆ ਕਿਉਂਕਿ ਹਰੇਕ ਪਾਰਟੀ ਦਾ ਆਪਣਾ ਆਪਣਾ ਏਜੰਡਾ ਹੈ, ਆਪਣਾ ਆਪਣਾ ਪ੍ਰੋਗਰਾਮ ਹੈ, ਆਪਣੀਆਂ ਆਪਣੀਆਂ ਪਾਲਿਸੀਜ਼ ਹੈ। ਸੋ ਇਸ ਕਰਕੇ ਜਿਹੜੇ ਪਹਿਲੇ ਇੱਥੇ ਫਰੰਟ ਕਾਮਯਾਬ ਵੀ ਹੋਏ UPA 1 ਜਾਂ UPA 2, ਉਹ ਇਸੇ ਕਰਕੇ ਕਾਮਯਾਬ ਹੋਏ ਕਿ ਉਹਨਾਂ ਦਾ ਇੱਕ ਆਪਣਾ ਪ੍ਰੋਗਰਾਮ ਸੀ। ਉਹ ਇੱਕ ਆਰਥਿਕ ਪ੍ਰੋਗਰਾਮ ਤੇ ਸਹਿਮਤੀ ਸੀ ਕਿ ਅਸੀਂ ਜੇ ਸੱਤਾ 'ਚ ਆਏ ਤਾਂ ਇਹ ਅਸੀਂ ਆ ਕੰਮ ਕਰਾਂਗੇ। ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ UPA ਦੇ ਪਹਿਲਾ ਜਿਹੜਾ UPA ਸੀਗਾ ਉਹਦੇ ਵਿੱਚ ਦੇਖੋ RTI ਵੀ ਬਣਿਆ, RTE ਵੀ ਬਣਿਆ, ਕਈ ਤਰ੍ਹਾਂ ਦੇ ਮਨਰੇਗਾ ਬਣਿਆ, ਕਈ ਤਰ੍ਹਾਂ ਦੀਆਂ ਜਿਹੜੀਆਂ ਪਾਲਿਸੀ ਸੀਗੀਆਂ ਜੀ ਉਹ ਪ੍ਰੋਗਰਾਮ ਤੇ ਸਹਿਮਤੀ ਬਣੀ ਤਾਂ ਉਹ ਇੰਪਲੀਮੈਂਟ ਹੋਈਆਂ, ਲਾਗੂ ਹੋਈਆਂ। ਤਾਂ ਹੁਣ ਅਜੇ ਜਿਹੜੀ ਹੈ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਦੀ ਆਸ ਸੀਗੀ ਲੋਕਾਂ ਨੂੰ ਕਿ ਹੁਣ ਜਦੋਂ ਕਾਂਗਰਸ ਜਿਹੜੀ ਹੈ ਇਹਨੇ ਆਪਣਾ ਉਦੈਪੁਰ ਵਿੱਚ ਜਿਹੜਾ ਚਿੰਤਨ ਸ਼ਿਵਰ ਕੀਤਾ, ਉਹ ਚਿੰਤਨ ਸ਼ਿਵਰ 'ਚ ਲੋਕਾਂ ਨੂੰ ਕਾਂਗਰਸ ਦੇ ਜਿਹੜੇ ਸਮਰਥਕ ਸੀਗੇ, ਕਾਂਗਰਸ ਦੇ ਜਿਹੜੇ ਸ਼ੁਭ ਚਿੰਤਕ ਹੈ, ਦੇਸ਼ ਦੇ ਸ਼ੁਭ ਚਿੰਤਕ ਹੈ, ਦੇਸ਼ ਨੂੰ ਜਿਹੜਾ ਧਰਮ ਨਿਰਪੱਖ ਜਿਹੜੀਆਂ ਨੀਤੀਆਂ ਤੇ ਚੱਲਦਾ ਦੇਖਣਾ ਚਾਹੁੰਦੇ ਆ, ਸੰਵਿਧਾਨ ਅਨੁਸਾਰ ਚੱਲਦਾ ਦੇਖਣਾ ਚਾਹੁੰਦੇ, ਉਹਨਾਂ ਨੂੰ ਇਹ ਆਸ ਸੀ ਕਿ ਕਾਂਗਰਸ ਚਿੰਤਨ ਸ਼ਿਵਰ 'ਚੋਂ ਕੋਈ ਪ੍ਰੋਗਰਾਮ ਸਾਹਮਣੇ ਲੈ ਕੇ ਆਏਗੀ, ਆਰਥਿਕ ਪ੍ਰੋਗਰਾਮ ਵੀ, ਇਹਦੀਆਂ ਜਿਹੜੀਆਂ ਬਦਲਵੀਆਂ ਨੀਤੀਆਂ ਕਿ ਜੇ ਉਹ ਸੱਤਾ 'ਚ ਆਉਂਦੇ ਆ ਤਾਂ ਉਹ ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਉਹਦੇ ਥਾਂ ਤੇ ਉਹਨਾਂ ਦੀਆਂ ਨੀਤੀਆਂ ਕੀ ਹੋਣਗੀਆਂ, ਉਹਨਾਂ ਦੀਆਂ ਪਾਲਿਸੀਜ਼ ਕੀ ਹੋਣਗੀਆਂ ਕਿ ਉਹ ਰਾਜਸੀ ਪ੍ਰੋਗਰਾਮ ਲੈ ਕੇ ਆਉਣਗੇ। ਪਰ ਉਹਦੇ ਵਿੱਚੋਂ ਕੁਝ ਨਹੀਂ ਆਇਆ। ਉਹਨੇ ਵੀ ਜਿਹੜਾ ਇੱਕ ਨਿਰਾਸ਼ਾ ਪੈਦਾ ਕੀਤੀ। ਨਹੀਂ ਇਹ ਠੀਕ ਹੈ, ਆਪਾਂ ਇਹ ਜਿਹੜਾ ਨਾ ਚਿੰਤਨ ਸ਼ਿਵਰ ਦੀ ਗੱਲ ਵਿਸਤਾਰ ਦੇ ਵਿੱਚ ਕੀਤੀ ਵੀ ਸੀ, ਲੇਕਿਨ ਉਹਦੇ ਸਾਹਮਣੇ ਵੀ ਫੌਰੀ ਜਿਹੜਾ ਉਹ 2024 ਦੀਆਂ ਚੋਣਾਂ ਹੀ ਹੈਗੀਆਂ ਆ, ਔਰ ਉਹ ਚੋਣਾਂ ਨੂੰ ਮੱਦੇਨਜ਼ਰ ਰੱਖ ਕੇ ਕੀ ਨੈਸ਼ਨਲ ਲੈਵਲ ਦੇ ਉੱਤੇ ਸਾਰੀਆਂ ਕੇਂਦਰ ਦੀ ਜਿਹੜੀ ਤਾਕਤ ਹੈਗੀ ਆ ਉਹਦੇ ਖਿਲਾਫ ਯੂਨਾਈਟਿਡ ਕਰਨ ਦਾ ਕੋਈ ਪ੍ਰੋਗਰਾਮ ਉਹਨਾਂ ਕੋਲ ਹੈ? ਆ ਜਿਹੜੀਆਂ ਗੱਲਾਂ ਹੈਗੀਆਂ ਕਿ ਵੀ ਉਹਨਾਂ ਨੇ ਆਪਣੀ ਪਾਰਟੀ ਦਾ ਢਾਂਚਾ ਸੁਧਾਰਨ ਦੇ ਲਈ ਜਿਹੜੇ ਕੋਈ ਫੈਸਲੇ ਲਏ ਸੀਗੇ, ਉਹਦੇ ਰਿਜ਼ਲਟ ਉਸ ਤਰ੍ਹਾਂ ਦੇ ਨਹੀਂ ਨਿਕਲੇ। ਹੁਣ ਫੇਰ ਉਹਦੀ ਚਰਚਾ ਤੇ ਆਲੋਚਨਾ ਹੋ ਰਹੀ ਆ ਕਿ ਕਈ ਇਹ ਯਾਦ ਕਰਾ ਰਹੇ ਕਿ ਸਾਡੀ 18 ਸਾਲ ਦੀ ਜਿਹੜੀ ਨਾ ਤਪੱਸਿਆ ਕਿੱਥੇ ਗਈ। ਉਹ ਆਪਣੇ ਉਹਦੇ ਸੰਗਠਨ ਨੂੰ ਕਿਸ ਤਰ੍ਹਾਂ ਮਜ਼ਬੂਤ ਕਰਨਾ, ਉਹ ਉਹਦੇ ਤੇ ਕੰਸਨਟਰੇਟ ਹੈਗਾ ਕਿ ਉਹ ਨੈਸ਼ਨਲ ਲੈਵਲ ਦੇ ਉੱਤੇ ਇੱਕ ਫਰੰਟ ਕ੍ਰੀਏਟ ਕਰਨ ਦੇ ਲਈ ਜਾਂ ਫਰੰਟ ਨੂੰ ਮਜ਼ਬੂਤ ਕਰਨ ਦੇ ਇਕੱਠੇ ਕਰਨ ਦੇ ਲਈ ਕੋਈ ਫੈਸਲੇ ਉਹਨਾਂ ਨੇ ਲਏ ਔਰ ਉਹ ਸੋਚਿਆ, ਉਹ ਕੋਈ ਪਾਲਿਸੀਜ਼ ਪ੍ਰੋਗਰਾਮ ਬਣਾਇਆ ਉੱਥੇ ਜਾਂ ਉਹਦੇ ਤੇ ਇੰਪਲੀਮੈਂਟੇਸ਼ਨ ਸ਼ੁਰੂ ਹੋਈ ਆ, ਉਹ ਅਜੇ ਜਿਹੜੀ ਨਾ ਨਜ਼ਰ ਆਣੀ ਸ਼ੁਰੂ ਨਹੀਂ ਹੋਈ। ਦੂਜਾ ਨਜ਼ਰ ਆਉਣਾ ਉਹਦੇ ਜਿਹੜਾ ਚ ਸ਼ੁਰੂ ਚਾਣਾ ਹੋਇਆ ਨਹੀਂ, ਹੈ ਨਾ। ਇੱਥੇ ਮੈਂ ਥੋੜਾ ਜਿਹਾ ਐਡ ਕਰਨਾ ਚਾਹੁੰਦਾ ਤੁਹਾਡੀ ਗੱਲ 'ਚ। ਜਿਸ ਤਰ੍ਹਾਂ ਤੁਸੀਂ ਇਹ ਗੱਲ ਕੀਤੀ ਹੈ ਉਹਦੇ ਵਿੱਚ ਸਗੋਂ ਇਹਨਾਂ ਨੇ ਉਹਨਾਂ ਪਾਰਟੀਆਂ ਨੂੰ ਜੋੜਨ ਦੀ ਥਾਂ ਤੇ ਰਾਹੁਲ ਗਾਂਧੀ ਨੇ ਜਿਹੜਾ ਖੇਤਰੀ ਪਾਰਟੀਆਂ ਬਾਰੇ ਬਿਆਨ ਦਿੱਤਾ, ਉਹਦੇ ਨਾਲ ਖੇਤਰੀ ਪਾਰਟੀਆਂ ਸਗੋਂ ਨਾਰਾਜ਼ ਹੋਈਆਂ। ਹਾਂ ਇਹ ਹੋਇਆ ਆ ਕਿ ਬਿਆਨ ਕਿ ਜੀ ਖੇਤਰੀ ਪਾਰਟੀਆਂ ਦੇ ਕੋਲ ਕੋਈ ਪ੍ਰੋਗਰਾਮ ਨਹੀਂ ਹੈ ਜਾਂ ਵਗੈਰਾ ਵਗੈਰਾ। ਲੇਕਿਨ ਇਹਦਾ ਜਿਹੜਾ ਕੇਂਦਰੀ ਨੁਕਤਾ ਹੈ ਜੰਡੂ ਸਾਹਿਬ, ਉਹ ਇਹ ਆ ਜਦੋਂ ਅਸੀਂ ਸੂਬਿਆਂ ਨੂੰ ਦੇਖਦੇ ਹਾਂ, ਪ੍ਰਦੇਸ਼ਾਂ ਨੂੰ ਦੇਖਦੇ ਹਾਂ ਕਿ ਕਿਉਂ ਯੂਨਾਈਟ ਹੋ ਰਹੇ ਆ, ਉਹਦੇ ਵਿੱਚੋਂ ਕੇਂਦਰ ਦੇ ਵਿੱਚ ਫੈਡਰਲਿਜ਼ਮ ਜਿਹੜਾ ਨਾ ਉਹ ਉਭਰਦਾ ਆ। ਇੱਕ ਫੈਡਰਲ ਢਾਂਚਾ ਉਹ ਚਾਹੁੰਦੇ ਆ ਜਿਹਦੇ 'ਚ ਸੂਬਿਆਂ ਨੂੰ ਵੀ ਵੱਧ ਅਧਿਕਾਰ ਜਾਂ ਉਹਨਾਂ ਦੇ ਅਧਿਕਾਰ ਜਿਹੜੇ ਪਹਿਲਾਂ ਸੀ ਘੱਟੋ ਘੱਟ ਉਹ ਜਾਰੀ ਰਹਿਣ, ਜਿਹੜੇ ਕਿ ਸੁਕੇੜ ਦਿੱਤੇ ਨਵੀਂ ਸਰਕਾਰ ਦੀਆਂ ਪਾਲਿਸੀਆਂ ਨੇ, ਜਿੱਥੋਂ ਉਹ ਤੰਗੀ ਮਹਿਸੂਸ ਕਰ ਰਹੇ ਆ। ਔਰ ਉਹਦੇ ਵਿੱਚ ਤੁਸੀਂ ਇਹ ਦੇਖੋ ਕਿ ਵੱਡੀਆਂ ਸਟੇਟਾਂ ਨੇ, 4 ਤਾਂ ਕਾਫੀ ਵੱਡੀਆਂ ਸਟੇਟਾਂ ਨੇ ਜਿੱਥੇ ਵੱਡੀਆਂ ਫੋਰਸਿਸ ਆ ਜਿਹੜੀਆਂ ਉਹ ਕੇਂਦਰ ਦੀ ਸਰਕਾਰ ਦੀਆਂ ਪਾਲਿਸੀ ਦੇ ਨਾਲ ਸਹਿਮਤ ਨਹੀਂ ਹੈਗੀਆਂ। ਤਾਮਿਲਨਾਡੂ ਹੈ ਔਰ ਸਟਾਲਨ ਜਿਹੜੇ ਆ ਉਥੋਂ DMK ਦੇ ਔਰ ਉਹ ਮੁੱਖ ਮੰਤਰੀ ਹੈ ਨਾ, ਉਹ ਵੀ ਇਸ 'ਚ ਹੈਗੇ ਆ ਕਿ ਸਟੇਟਾਂ 'ਚ ਰਾਜ ਕਰਨ ਵਾਲੀਆਂ ਜਿਹੜੀਆਂ ਪਾਰਟੀਆਂ ਉਹ ਇਕੱਠੀਆਂ ਹੋਣ, ਜਿਨ੍ਹਾਂ 'ਚੋਂ ਆਮ ਆਦਮੀ ਪਾਰਟੀ ਨੂੰ ਮਹੱਤਤਾ ਉਹਨਾਂ ਨੇ ਵੀ ਦਿੱਤੀ ਹੈ।
ਲੇਕਿਨ ਜਿਹੜੀ ਮਹੱਤਤਾ ਚੰਦਰ ਸ਼ੇਖਰ ਰਾਓ ਨੇ ਦਿੱਤੀ ਹੈਗੀ ਆ, ਉਹਦੇ ਤੇ ਡੀਐਮਕੇ ਦੇ ਜਿਹੜਾ ਮਹੱਤਤਾ ਦੇਣ ਦਾ ਨਾ ਥੋੜਾ ਫਰਕ ਹੈਗਾ ਆ। ਚੰਦਰ ਸ਼ੇਖਰ ਰਾਓ ਜਿਹੜੇ ਹੈਗੇ ਆ, ਉਹ ਕਾਂਗਰਸ ਨੂੰ ਮਨੋਂ ਬਹੁਤਾ ਪਸੰਦ ਨਹੀਂ ਕਰਦੇ, ਔਰ ਉਹ ਨਹੀਂ ਚਾਹੁੰਦੇ ਕਿ ਵੀ ਉਹਦੀ ਛਤਰਛਾਇਆ ਹੇਠ ਜਾਂ ਉਹਦੀ ਅਗਵਾਈ ਦੇ ਵਿੱਚ ਜਾਂ ਉਹਦੀ ਅਗਵਾਈ ਦੇ ਵਿੱਚ ਜਿਹੜਾ ਨਾ ਕੁਝ ਹੋਂਦ ਵਿੱਚ ਆਵੇ। ਉਹ ਉਹਨਾਂ ਦੇ ਆਪਣੇ ਜਿਹੜੇ ਸਟੇਟ ਦੀ ਸਥਿਤੀ ਆ ਉਸ ਨਜ਼ਰੀਏ ਤੋਂ ਵੀ, ਤੇ ਉਹਦੀ ਆਪਣੀ ਸਮਝ ਦੇ ਨਜ਼ਰੀਏ ਤੋਂ ਵੀ। ਲੇਕਿਨ ਦੂਜੇ ਪਾਸੇ ਜਿਹੜੇ ਡੀਐਮਕੇ ਹੈ ਜਾਂ ਤਮਿਲਨਾਡੂ ਦੀ ਸਰਕਾਰ ਹੈ, ਉਹਦੀ ਜਿਹੜੀ ਆ ਇਸ ਨੀਤੀ ਨਹੀਂ ਹੋ ਸਕਦੀ, ਕਿਉਂਕਿ ਉਹਨਾਂ ਦੀ ਕਾਂਗਰਸ ਦੇ ਨਾਲ ਨੇੜਤਾ ਹੈਗੀ ਆ, ਹਨਾ। ਔਰ ਉਹ ਨੇੜਤਾ ਹੈ ਜਿਹੜੀ ਹੈ ਨਾ, ਉਹ ਇਹ ਜਦੋਂ ਦੋ ਸਟੇਟਾਂ ਇਕੱਠੇ ਬੈਠ ਕੇ ਆਪਸ ਵਿੱਚ ਜਿਹੜੀਆਂ ਇਸ ਗੱਲ ਦੇ ਵਿੱਚ ਉਲਝਣਗੀਆਂ, ਤਾਂ ਇੱਕ ਫੈਸਲਾ ਲੈਣਾ ਬੜਾ ਔਖਾ ਹੋ ਜਾਏਗਾ। ਕਿਉਂਕਿ ਜੇ ਉਹ ਇਕੱਠੇ ਚੱਲਦੇ, ਉਹ ਚਾਹਣਗੇ ਕਿ ਸੈਂਟਰ ਦੇ ਵਿੱਚ ਵੀ ਕਾਂਗਰਸ ਉਹਨਾਂ ਦੇ ਨਾਲ ਰਹੇ। ਇਹੀ ਹਾਲਤ ਜਿਹੜਾ ਨਾ ਪੱਛਮੀ ਬੰਗਾਲ ਦਾ ਹੈ। ਹੁਣ ਖੱਬੀਆਂ ਪਾਰਟੀਆਂ ਨੇ ਪਿਛਲੇ ਫਰੰਟ ਦੇ ਵਿੱਚ ਵੀ ਤੇ ਯੂਨਾਈਟਿਡ ਫਰੰਟ ਦੇ ਵਿੱਚ ਵੀ ਕਾਫੀ ਕੇਂਦਰੀ ਰੋਲ ਅਦਾ ਕੀਤਾ ਸੀਗਾ। ਉਹਨਾਂ ਦੀ ਤਾਕਤ ਕਿੰਨੀ ਹੈ ਕਿੰਨੀ ਨਹੀਂ, ਉਦੋਂ ਕਾਫੀ ਸੀਗੀ। ਬੰਗਾਲ ਵੀ ਸੀ, ਤ੍ਰਿਪੁਰਾ ਵੀ ਸੀ, ਔਰ ਕੇਰਲਾ ਵੀ ਸੀਗਾ। ਔਰ ਉਹ ਜਿਹੜਾ ਖੱਬੀਆਂ ਪਾਰਟੀਆਂ ਦਾ ਇਸ ਵੇਲੇ ਅੱਜ ਦੀ ਡੇਟ ਤੱਕ ਕੋ ਉਭਰ ਕੇ ਰੋਲ ਜਿਹੜਾ ਨਾ ਉਹ ਸਾਹਮਣੇ ਨਹੀਂ ਆ ਰਿਹਾ। ਲੇਕਿਨ ਉਹਨਾਂ ਨੇ ਆਪਣਾ ਇੱਕ ਰੋਲ ਅਦਾ ਕਰਨਾ। ਪਰ ਜਦੋਂ ਅਸੀਂ ਕਹਿੰਦੇ ਆ ਕਿ ਟੀਐਮਸੀ ਇਸ ਫਰੰਟ ਦੇ ਵਿੱਚ ਹੋਵੇ, ਤਾਂ ਉੱਥੇ ਸੀਪੀਐਮ ਦਾ ਟੀਐਮਸੀ ਦੇ ਨਾਲ ਚੱਲਣਾ ਜਿਹੜਾ ਨਾ ਉਹ ਬੜਾ ਸੰਭਵ ਹੀ ਨਹੀਂ ਨਜ਼ਰ ਆਉਂਦਾ। ਲੇਕਿਨ ਉਹਨਾਂ ਨੂੰ ਬਾਹਰ ਵੀ ਰਹਿਣਾ ਜਿਹੜਾ ਨਾ ਇਸ ਫਰੰਟ ਦੇ ਉੱਤੋਂ, ਉਹ ਬਾਰਾ ਨਹੀਂ ਖਾਏਗਾ ਸਾਡੇ ਦੇਸ਼ ਨੂੰ ਕਿ ਕੇਰਲਾ ਦੇ ਵਿੱਚ ਉਹਨਾਂ ਦਾ ਰਾਜ ਹੈ, ਫਿਰ ਵੀ ਉਹਨਾਂ ਕੋਲ ਪਰਸੈਂਟੇਜ ਵੋਟਾਂ ਦੀ ਵੀ ਹੈਗੀ ਆ। ਇਸ ਕਰਕੇ ਉਹਨਾਂ ਦਾ ਜਦੋਂ ਟੀਐਮਸੀ ਅੰਦਰ ਆਏਗੀ ਤਾਂ ਖੱਬੀਆਂ ਪਾਰਟੀਆਂ ਕਿੱਥੇ ਖੜੀਆਂ ਹੋਣਗੀਆਂ। ਜਦੋਂ ਆਂਧਰਾ ਪ੍ਰਦੇਸ਼ ਦੇ ਸੀਐਮ ਨੇ ਇਦਾਂ ਦੀ ਕੋਈ ਡਿਮਾਂਡ ਰੱਖੀ ਕਿ ਵੀ ਜੀ ਕਾਂਗਰਸ ਤੋਂ ਦੂਰ ਰਹਿਣਾ ਹੈਗਾ, ਤਾਂ ਡੀਐਮਕੇ ਦੀ ਉਹਦੇ ਤੇ ਪੋਜੀਸ਼ਨ ਕੀ ਹੋਏਗੀ। ਲੇਕਿਨ ਆਮ ਆਦਮੀ ਪਾਰਟੀ ਇੱਕ ਨਵੀਂ ਉਭਰੀ ਹੋਈ ਤਾਕਤ ਹੈਗੀ ਆ, ਜਿਹਨੂੰ ਮੇਰਾ ਖਿਆਲ ਹੈ ਕਿ ਇਹ ਸਾਰੇ ਜਿਹੜੀਆਂ ਰੀਜਨਲ ਪਾਰਟੀਆਂ ਉਹ ਨਾਲ ਲੈ ਕੇ ਹੀ ਚੱਲਣਾ ਚਾਹੁੰਦੀਆਂ। ਇਸੇ ਕਰਕੇ ਆਂਧਰਾ ਪ੍ਰਦੇਸ਼ ਦੇ ਸੀਐਮ ਦਾ ਔਰ ਤਾਮਿਲਨਾਡੂ ਦੇ ਸੀਐਮ ਦਾ ਪੰਜਾਬ ਆਉਣਾ ਜਾਂ ਦਿੱਲੀ ਆਉਣਾ, ਜਾਂ ਆਮ ਆਦਮੀ ਪਾਰਟੀ ਜਾਂ ਸੀਐਮ ਕੇਜਰੀਵਾਲ ਸਾਹਿਬ ਨੂੰ ਮਿਲਣਾ, ਜਾਂ ਪੰਜਾਬ ਆ ਕੇ ਭਗਵੰਤ ਮਾਨ ਦੇ ਨਾਲ ਗੱਲਬਾਤ ਕਰਨੀ, ਇਹ ਉਸੇ ਇੱਕ ਪ੍ਰੋਸੈਸ ਦਾ ਹਿੱਸਾ ਹੈਗਾ ਆ। ਅਜੇ ਹਾਲ ਦੀ ਘੜੀ ਉਹਦਾ ਪਸਾਰ ਹੋ ਰਿਹਾ, ਲੇਕਿਨ ਕਿੰਨਾ ਆ ਸਲੋ ਆ। ਹਿਮਾਚਲ ਪ੍ਰਦੇਸ਼ ਦੱਸੇਗਾ ਕਿ ਕਿੰਨੀ ਕੁ ਹੋਰ ਪ੍ਰੋਗਰੈਸ ਹੋਈ ਆਮ ਆਦਮੀ ਪਾਰਟੀ ਦੀ। ਉਹ ਤਾਕਤ ਜਿਹੜੀ ਆ, ਭਾਵੇਂ ਬਹੁਤਾ ਉਹਦਾ ਫੈਲਾਓ ਅਜੇ ਨਹੀਂ ਹੈ, ਲੇਕਿਨ ਉਹ ਦੋ ਸਟੇਟਾਂ ਦੇ ਕਾਬਜ਼ ਨੇ। ਪਰ ਚਾਹਨਾ ਜੀ ਇੱਥੇ ਇਹ ਵੀ ਹੈ ਕਿ ਜਿਹੜੀ ਦੱਖਣ ਵਾਲੇ ਆਗੂ ਆ ਉਹ ਇਹ ਸਮਝਦੇ ਆ ਕਿ ਜਿਹੜੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਹੋਈਆਂ, ਉਹਦੇ 'ਚ ਜਿਸ ਤਰ੍ਹਾਂ ਦੀ ਕਾਂਗਰਸ ਦੀ ਇੱਥੇ ਹਾਲਤ ਹੋਈ ਹੈ, ਉਹਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਜਿਵੇਂ ਯੂਪੀ ਦੇ ਵਿੱਚ ਸਮਾਜਵਾਦੀ ਪਾਰਟੀ ਤੇ ਬਕਾਇਦਾ ਜਿਹੜਾ ਬਿਹਾਰ ਦੇ ਵਿੱਚ ਰਾਸ਼ਟਰੀ ਜਿਹੜਾ ਜਨਤਾ ਦਲ, ਉਹਨਾਂ ਨਾਲ ਜਿਹੜਾ ਆਰਜੇਡੀ ਆ ਉਹਨਾਂ ਨਾਲ ਗੱਠਜੋੜ ਹੋਵੇ ਤੇ ਇੱਧਰ ਆਮ ਆਦਮੀ ਪਾਰਟੀ ਨਾਲ ਹੋਵੇ। ਮਤਲਬ ਉਹ ਇੱਥੋਂ ਇਸ ਢੰਗ ਨਾਲ ਚਾਹੁੰਦੇ ਆ ਕਿ ਜੇ ਕਾਂਗਰਸ ਨਾਲ ਗੱਠਜੋੜ ਬਣਦਾ ਤੇ ਸ਼ਾਇਦ ਕਾਂਗਰਸ ਦੇ ਨਾਲ ਸਾਨੂੰ ਇੱਥੋਂ ਉਹ ਸਪੋਰਟ ਨਾ ਮਿਲੇ ਜਿਹੜੀ ਇਹਨਾਂ ਨਾਲ ਗੱਠਜੋੜ ਬਣਾ ਕੇ ਮਿਲ ਸਕਦੀ। ਇਹ ਠੀਕ ਹੈ ਕਿ ਲੇਕਿਨ ਜਦੋਂ ਅਸੀਂ ਇਹ ਦੇਖਦੇ ਕਿ ਸਾਡੇ ਸੰਵਿਧਾਨ ਦੇ ਵਿੱਚ ਇਲੈਕਸ਼ਨ ਦਾ ਜਿਹੜਾ ਅਸੀਂ ਮੋਡ ਅਡਾਪਟ ਕੀਤਾ ਹੋਇਆ ਆ, ਉਹਦੇ ਵਿੱਚ ਹਾਰ ਜਿੱਤ ਜਿਹੜੀ ਨਾ ਉਹ ਫੈਸਲਾ ਕਰਦੀ ਆ ਕਿ ਜੀ ਕੌਣ ਤਕੜਾ ਕੌਣ ਮਾੜਾ। ਲੇਕਿਨ ਉਹਦੇ ਕੋਲ ਪਰਸੈਂਟੇਜ ਵੋਟਾਂ ਦੀ ਕਿੰਨੀ ਹੈਗੀ ਆ, ਇਹ ਧਿਆਨ 'ਚ ਨਹੀਂ ਰੱਖਿਆ ਜਾਂਦਾ। ਬਾਅਦ ਵਿੱਚ ਜੇ ਉਹ ਹਾਰ ਗਿਆ, 2 ਵੋਟਾਂ ਤੇ ਵੀ ਹਾਰ ਗਿਆ ਤਾਂ ਉਹ ਹਾਰ ਗਿਆ, ਹਨਾ। ਲੇਕਿਨ ਫਿਰ ਵੀ ਇਹ ਭੁੱਲਣਾ ਔਖਾ ਹੁੰਦਾ ਕਿ ਵੀ 48% ਜਾਂ 40% ਜਾਂ 29% ਵੋਟ ਲੈ ਗਏ। ਜਦੋਂ ਹੁਣ ਅਸੀਂ ਕਾਂਗਰਸ ਨੂੰ ਇਸ ਨਜ਼ਰੀਏ ਤੋਂ ਦੇਖਦੇ ਹਾਂ, ਉਹ ਇੱਕੋ ਇੱਕ ਨੈਸ਼ਨਲ ਪਾਰਟੀ ਹੈਗੀ ਆ ਜਿਹਦਾ ਕੁਛ ਨਾ ਕੁਛ ਤਕਰੀਬਨ ਸਾਰੇ ਸੂਬਿਆਂ 'ਚ ਹੈ, ਔਰ ਉੱਥੇ ਉਹ ਵੋਟਾਂ ਦੀ ਗਿਣਤੀ ਲੈ ਕੇ ਬੈਠੀ ਹੈਗੀ ਹੈ। ਜੇ ਉਹ 100 ਵੋਟ ਦੇ ਨਾਲ ਵੀ ਇੱਕ ਸੀਟ ਹਾਰ ਰਹੀ ਹੈ ਤਾਂ ਉਹ ਕਾਂਗਰਸ ਦੇ ਨਾਲ ਜਿੱਤ ਵੀ ਸਕਦੀ ਹੈ ਨਾ। ਔਰ ਇਸ ਕਰਕੇ ਥੋੜੀਆਂ ਵੋਟ, ਇਸ ਕਰਕੇ ਉਹਦਾ ਕਾਂਗਰਸ ਦਾ ਇਸ ਫਰੰਟ ਤੋਂ ਬਾਹਰ ਰਹਿਣਾ ਜਿਹੜਾ ਨਾ ਉਹ ਫਾਇਦੇਮੰਦ ਵਾਲੀ ਗੱਲ ਨਹੀਂ ਹੈਗੀ, ਔਰ ਉਹਨੂੰ ਇਹਦੇ ਵਿੱਚ ਰਹਿਣਾ ਚਾਹੀਦਾ। ਔਰ ਕਾਂਗਰਸ ਨੂੰ ਵੀ ਸੋਚਣਾ ਚਾਹੀਦਾ ਕਿ ਉਹਦਾ ਉਹ ਪਹਿਲਾਂ ਵਾਲਾ ਵਕਾਰ ਨਹੀਂ ਰਿਹਾ। ਔਰ ਇਹ ਖਾਸ ਤੌਰ ਤੇ ਇਹਨਾਂ ਪਿਛਲੀਆਂ ਇਲੈਕਸ਼ਨਾਂ ਤੋਂ ਜੋ ਕੁਝ ਸਾਹਮਣੇ ਆਇਆ, ਇੱਕ ਇਮੇਜ ਹੁੰਦਾ ਆ, ਇੱਕ ਵੇਵ ਹੁੰਦੀ ਆ, ਦੂਜਾ ਇੱਕ ਹੈ ਕਿ ਗਿਣਤੀ ਹੁੰਦੀ ਆ ਕਿ ਵੀ ਉਹ ਗਿਣਤੀ ਦੇ ਵਿੱਚ ਕਿੰਨੇ ਹੈਗੇ ਆ। ਲੇਕਿਨ ਫਿਰ ਵੀ ਵੋਟਾਂ ਦੀ ਪਰਸੈਂਟੇਜ ਆ ਜਿਹੜੀ ਉਹਨੂੰ ਕਾਫੀ ਹੱਦ ਤੱਕ ਉਹਨੇ ਆਪਣੇ ਨਾਲ ਅਜੇ ਤੱਕ ਵੀ ਜੋੜ ਕੇ ਰੱਖਿਆ ਹੋਇਆ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਉਹਨਾਂ ਦਾ ਜਿਹੜਾ ਹਾਲਤ ਖਰਾਬ ਹੋ ਗਈ ਆ। ਲੇਕਿਨ ਇਸ ਨੂੰ ਡੈਮੋਕ੍ਰੈਟਿਕ ਸਿਸਟਮ ਹੈ ਜਿਹੜਾ ਸਾਡਾ, ਜਿਹਦੇ ਵਿੱਚ ਜਿੱਤ ਹਾਰ ਫੈਸਲਾ ਕਰਦੀ ਆ, ਵੋਟਾਂ ਦੀ ਪਰਸੈਂਟੇਜ ਫੈਸਲਾ ਨਹੀਂ ਕਰਦੀ, ਉੱਥੇ ਥੋੜੀ ਪਰਸੈਂਟੇਜ ਵੀ ਜਿਹੜੀ ਨਾ ਉਹਦਾ ਬੜਾ ਭਾਰੀ ਰੋਲ ਹੁੰਦਾ ਆ।
ਔਰ ਕਾਂਗਰਸ ਨੂੰ ਯਾਦ ਰੱਖਣਾ ਚਾਹੀਦਾ ਆ 1996 ਦਾ ਜਿਹੜਾ ਯੂਨਾਈਟਿਡ ਫਰੰਟ ਬਣਿਆ ਸੀਗਾ, ਉਹ ਕਾਂਗਰਸ ਦੀ ਅਗਵਾਈ ਨੂੰ ਤਾਂ ਛੱਡੋ, ਉਹਨੇ ਬਾਹਰੋਂ ਸਪੋਰਟ ਕੀਤੀ ਸੀ, ਹਨਾ। ਔਰ ਉਹ ਸਰਕਾਰ ਬਣੀ, ਲੇਕਿਨ ਕਾਂਗਰਸ ਉਹਦੀ ਸਪੋਰਟ ਕੀਤੀ ਔਰ ਉਹ ਸਰਕਾਰ ਚੱਲੀ। ਤੁਸੀਂ ਕਈ ਸਾਰੀਆਂ ਉਹਦੀਆਂ ਪਾਲਿਸੀਆਂ ਦਾ ਜ਼ਿਕਰ ਵੀ ਕੀਤਾ ਹੈ ਕਿ ਅੱਛੇ ਕੰਮ ਵੀ ਹੋਏ। ਔਰ ਉਸ ਤੋਂ ਬਾਅਦ ਜਿਹੜਾ ਦੂਜਾ ਫਰੰਟ ਬਣਿਆ 1996 ਤੋਂ ਬਾਅਦ 2004 ਦੇ ਵਿੱਚ ਜਿਹੜਾ ਬਣਿਆ, ਉਹ ਫਰੰਟ ਚੱਲਿਆ ਹੀ ਕਾਂਗਰਸ ਦੀ ਅਗਵਾਈ ਦੇ ਵਿੱਚ। ਔਰ ਇਹ ਦੋਵੇਂ ਚੀਜ਼ਾਂ, ਦੋਵੇਂ ਕਿਸਮ ਦੇ ਫਰੰਟ ਬਣਨ ਦਾ ਜਿਹੜਾ ਨਾ ਤਜਰਬਾ ਆ, ਉਹ ਸਫਲ ਰਿਹਾ ਸੀ। ਜੇ ਹੁਣ ਉਦੇਸ਼ ਇਹ ਆ ਕਿ ਬੀਜੇਪੀ ਨੂੰ ਹਟਾਉਣਾ ਆ, ਤਾਂ ਫਿਰ ਉਦੇਸ਼ ਇਹੀ ਰਹਿਣਾ ਚਾਹੀਦਾ। ਜੇ ਉਦੇਸ਼ ਇਹ ਆ ਕਿ ਨਹੀਂ ਅਸੀਂ ਬਣਨਾ ਆ, ਤਾਂ ਫਿਰ ਸ਼ਾਇਦ ਇਹਦੇ ਚੋਂ ਸਫਲਤਾ ਹਾਸਲ ਨਾ ਹੋਵੇ। ਇੱਕ ਫੈਕਟਰ ਮੈਂ ਹੋਰ ਜੋੜਨਾ ਚਾਹੁੰਦਾ ਕਿ ਜਿੱਥੇ ਰੀਜਨਲ ਪਾਰਟੀਆਂ ਦਾ ਪਿਛਲਾ ਤਜਰਬਾ ਇਕੱਠੇ ਹੋਣ ਦਾ, ਸਫਲਤਾ ਹਾਸਲ ਕਰਨ ਦਾ ਹੈ, ਉੱਥੇ ਕੁਝ ਸਟੇਟਾਂ ਐਸੀਆਂ ਵੀ ਨੇ ਜਿੱਥੇ ਰੀਜਨਲ ਪਾਰਟੀਆਂ ਦਾ ਰਾਜ ਹੁੰਦਿਆਂ ਹੋਇਆਂ ਵੀ ਉਹ ਸਿਰਫ ਇਸ ਗੱਲ ਨੂੰ ਦੇਖਦੇ ਆ ਕਿ ਸਾਡੇ ਸੂਬੇ ਦੇ ਲਈ ਕੇਂਦਰ ਤੋਂ ਕੋਈ ਸਹਾਇਤਾ ਮਿਲਦੀ ਆ, ਉਹਦੀ ਆਰਥਿਕ ਤਰੱਕੀ ਦੇ ਵਾਸਤੇ ਸਾਨੂੰ ਕੋਈ ਪੈਕੇਜ ਮਿਲ ਰਿਹਾ, ਤਾਂ ਉਹ ਛੱਡ ਕੇ ਉਹਨਾਂ ਦੇ ਸੈਂਟਰ ਦੇ ਜਿਹੜਾ ਨਾ ਉਹ ਸਾਈਡ ਤੇ ਹੋ ਜਾਂਦੇ ਆ। ਇਸ ਸਟੇਜ ਉੱਤੇ ਕਿਸੇ ਵੀ ਤਾਕਤ ਦਾ ਸਾਈਡ ਤੇ ਹੋਣ ਦਾ ਮਾਇਨਾ ਇਹ ਆ ਕਿ ਉਹ ਭਾਰਤੀ ਜਨਤਾ ਪਾਰਟੀ ਦੀ ਸੱਤਾ ਨੂੰ ਕਾਇਮ ਰੱਖਣਾ ਚਾਹੁੰਦਾ ਹੈ। ਨਹੀਂ ਕਹਿਣਾ ਜੀ, ਅਸੀਂ ਦੇਖਦੇ ਹਾਂ ਸਾਡਾ ਜਿਹੜਾ ਵੋਟਰ ਵੀ ਹੈ ਭਾਰਤ ਦਾ, ਉਹ ਕਈਆਂ ਥਾਵਾਂ ਤੇ ਅਸੀਂ ਦੇਖਦੇ ਹਾਂ ਕਿ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਰੀਜਨਲ ਜਦੋਂ ਸੂਬਿਆਂ ਦੀਆਂ ਚੋਣਾਂ ਹੁੰਦੀਆਂ, ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ, ਤਾਂ ਉਦੋਂ ਉਹਦਾ ਵਤੀਰਾ ਕੁਝ ਹੋਰ ਹੁੰਦਾ ਹੈ, ਤੇ ਜਦੋਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਉਦੋਂ ਹੋਰ ਹੁੰਦਾ ਹੈ। ਅਸੀਂ ਕਈ ਰਾਜਾਂ 'ਚ ਦੇਖਦੇ ਹਾਂ ਕਿ ਜਿਹੜੇ ਵਿਧਾਨ ਸਭਾ ਚੋਣਾਂ ਤਾਂ ਕਿਸੇ ਪਾਰਟੀ ਨੇ ਜਿੱਤ ਲਈਆਂ, ਪਰ ਜਦੋਂ ਲੋਕ ਸਭਾ ਦੀਆਂ ਚੋਣਾਂ ਆਉਂਦੀਆਂ ਤਾਂ ਉਦੋਂ ਭਾਰਤੀ ਜਨਤਾ ਪਾਰਟੀ ਨੂੰ ਜਿਤਾ ਦਿੰਦੇ ਆ। ਨਹੀਂ, ਇਹ ਠੀਕ ਹੈ, ਇਹ ਹਮੇਸ਼ਾ ਹੀ ਹੁੰਦਾ ਆ ਔਰ ਇਹ ਅੱਗੋਂ ਤੋਂ ਵੀ ਇਦਾਂ ਹੀ ਰਹਿਣਾ ਆ। ਸਾਡੇ ਲੋਕਾਂ ਨੇ ਬਹੁਤ ਸਾਰੇ ਇਤਿਹਾਸ ਦੇ ਜਿਹੜੇ ਕਰੂਸ਼ੀਅਲ ਮੋੜ ਸੀਗੇ, ਜਦੋਂ ਇਹ ਪਤਾ ਨਹੀਂ ਸੀਗਾ ਕਿ ਕਿੱਦਾਂ ਨੂੰ ਤੇ ਕੀ ਰਿਜ਼ਲਟ ਨਿਕਲੇਗਾ, ਉਦੋਂ ਉਹਨਾਂ ਨੇ ਦਰੁਸਤ ਫੈਸਲੇ ਕੀਤੇ ਆ। ਔਰ ਇਸ ਕਰਕੇ ਜਦੋਂ ਉਹ ਸੋਚਦੇ ਸਾਨੂੰ ਜਾਂ ਪੋਲੀਟੀਸ਼ੀਅਨਸ ਨੂੰ, ਜਾਂ ਜਿਹੜੇ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਕਿ ਅਸੀਂ ਬੜੇ ਗਿਆਨਵਾਨ ਹੈਗੇ ਆ, ਉਹ ਜਦੋਂ ਐਨਾਲਿਸਿਸ ਕਰਦੇ ਆ ਤਾਂ ਲੋਕਾਂ ਦਾ ਕੋਈ ਰਿਜ਼ਲਟ ਹੋਰ ਨਿਕਲਦਾ ਆ। ਬਾਅਦ 'ਚ ਪਤਾ ਲੱਗਦਾ ਕਿ ਲੋਕਾਂ ਨੇ ਫੈਸਲਾ ਗਲਤ ਨਹੀਂ ਕੀਤਾ ਸੀਗਾ। ਔਰ ਇਹ ਉਹ ਇੱਕ ਸਿੰਗਲ ਪੰਜਾਬ ਦੀ ਪੁਆਇੰਟ ਧਾਰਨ ਸਾਹਮਣੇ ਆ, ਪੰਜਾਬ ਦੀ ਧਾਰਨ ਸਿੰਗਲ ਪੁਆਇੰਟ ਏਜੰਡਾ ਬਣਾਉਂਦੇ ਆ ਕਿ ਵੀ ਐਸ ਤੇ ਸਾਨੂੰ ਕੀ ਅਚੀਵ ਕਰਨਾ, ਕਿਹਨੂੰ ਅਸੀਂ ਡਿਫੀਟ ਕਰਨਾ। ਇਹ ਏਜੰਡਾ ਬਣਾ ਕੇ ਜਿਹੜੀ ਨਾ ਉਹ ਪਬਲਿਕ ਆ ਜਾਂ ਲੋਕ ਹੈਗੇ ਜਾਂ ਵੋਟਰ ਆ, ਉਹ ਫੈਸਲਾ ਕਰਦਾ। ਸਾਡੇ ਵਾਂਗੂ ਗਿਣਤੀਆਂ ਮਿਣਤੀਆਂ 'ਚ ਨਹੀਂ ਪੈਂਦਾ ਕਿ ਕਿੰਨੇ ਪਰਸੈਂਟ ਇਹਨੂੰ ਹੋਊਗਾ ਕੰਮ, ਆਹ ਕਿੰਨੇ ਕਿੱਦਾਂ ਹੋਊਗਾ ਕਿੱਦਾਂ ਨਹੀਂ। ਉਹ ਕਹਿੰਦੇ ਕਿ ਡੈਮੋਕ੍ਰੇਸੀ ਖਤਰੇ 'ਚ ਆ, ਇਹਨੂੰ ਖਤਮ ਕਰ, ਪਿੱਛੇ ਹਟਾਓ ਇਹਨੂੰ, ਹਨਾ। ਪਹਿਲਾਂ ਡੈਮੋਕ੍ਰੇਸੀ ਬਹਾਲ ਕਰੋ। ਇਹ ਗੱਲ ਉਦੋਂ ਹੋਈ ਸੀ ਜਦੋਂ ਇੰਦਰਾ ਗਾਂਧੀ ਦੀ ਸਰਕਾਰ ਦੇ ਜਾਂ ਐਮਰਜੈਂਸੀ ਤੋਂ ਬਾਅਦ ਲੋਕਾਂ ਨੇ ਜਦੋਂ ਫੈਸਲਾ ਕੀਤਾ ਕਿ ਏਜੰਡੇ ਤੇ ਕੀ ਹੈ, ਉਹਦੇ ਏਜੰਡੇ ਤੇ ਡੈਮੋਕ੍ਰੇਸੀ ਆ, ਉਹਨਾਂ ਨੇ ਹੂੰਝਾ ਫੇਰ ਦਿੱਤਾ। ਪੱਛਮੀ ਬੰਗਾਲ ਤੱਕ ਜਿਹੜਾ ਨਾ, ਪੰਜਾਬ ਤੋਂ ਲੈ ਕੇ ਇੱਕ ਸੀਟ ਨਹੀਂ ਆਈ, ਫਿਰੋਜ਼ਪੁਰ ਦੀ ਇੱਕ ਆਈ ਸੀ, ਇੱਕ ਜਾ ਕੇ ਬੰਗਾਲ 'ਚ ਆਈ ਸੀ, ਕੋਈ ਸੀਟ ਨਹੀਂ ਜਿੱਤਣ ਦਿੱਤੀ, ਹਨਾ। ਏਜੰਡਾ ਕੀ ਸੀ ਕਿ ਡੈਮੋਕ੍ਰੇਸੀ ਨੂੰ ਬਹਾਲ ਕਰਨਾ ਹੈ, ਹਨਾ। ਔਰ ਇਸੇ ਤਰ੍ਹਾਂ ਜੇ ਹੁਣ ਇਹ ਆ ਕਿ ਨਹੀਂ, ਆ ਜੋ ਕੁਛ ਝਗੜੇ ਝਾਂਜੇ ਫਿਰਕੂਵਾਦ ਇਹ ਉਹ ਇਹਦਾ ਖਾਤਮਾ ਕਰਨਾ, ਤਾਂ ਲੋਕ ਉਹ ਫੈਸਲਾ ਕਰਨਗੇ। ਔਰ ਉਹ ਫਿਰ ਕਿਸ ਤਰ੍ਹਾਂ ਹੋਏਗਾ, ਜੇ ਇਹ ਹੈ ਕਿ ਨਹੀਂ, ਜਿੰਨਾ ਚਿਰ ਸੂਬਿਆਂ ਨੂੰ ਵੱਧ ਅਧਿਕਾਰ ਨਹੀਂ ਮਿਲਦੇ, ਦੇਸ਼ ਦੀ ਤਰੱਕੀ ਨਹੀਂ ਹੋ ਸਕਦੀ, ਜਾਂ ਸਾਡੀਆਂ ਬੋਲੀਆਂ, ਸਾਡਾ ਸੱਭਿਆਚਾਰ, ਸਾਡੀਆਂ ਸਟੇਟਾਂ, ਸਾਡੀ ਜਿਹੜਾ ਇਹ ਸਾਰਾ ਕੁਛ ਜੇ ਇਹ ਬਣ ਕੇ ਜਿਸ ਚੀਜ਼ ਦਾ ਦੇਸ਼ ਬਣਿਆ ਹੋਇਆ, ਅਗਰ ਉਹਦੀ ਸਰਵਾਈਵਲ ਦਾ ਮਸਲਾ ਹੈ, ਤਾਂ ਲੋਕ ਸਿੰਗਲ ਪੁਆਇੰਟ ਏਜੰਡਾ ਬਣਾ ਕੇ ਹੀ ਵੋਟਾਂ ਪਾਉਣਗੇ 2024 ਦੇ। ਜੋ ਕਿਹੜਾ ਆ ਉਹ ਰੀਜਨਲ ਪਾਰਟੀਆਂ ਸਾਹਮਣੇ ਲਿਆਂਦੀਆਂ, ਔਰ ਉਹ ਰੀਜਨਲ ਪਾਰਟੀਆਂ ਦੀ ਤੇ ਏਕਤਾ ਹੁੰਦੀ ਆ। ਉਹਦੇ ਚਾਹਣਾ ਜੀ ਇਹ ਵੀ ਹੈ ਕਿ ਜਿਹੜੀ ਅਸੀਂ ਦੇਖਦੇ ਹਾਂ ਕਿ ਦੱਖਣ ਦੇ ਆਗੂ ਇਸ ਵਾਰ ਸਰਗਰਮ ਨੇ, ਉਹਨਾਂ ਦੀ ਇਹ ਵੀ ਕੋਸ਼ਿਸ਼ ਹੈ ਕਿ ਹਮੇਸ਼ਾ ਹੀ ਉੱਤਰ ਤੋਂ ਜਿਹੜੀਆਂ ਉੱਤਰ ਦੇ ਜਿਹੜੀਆਂ ਇਹ ਤਾਕਤਾਂ ਹੈਗੀਆਂ ਜਾਂ ਆਗੂ ਹੈਗੇ ਆ, ਉਹੀ ਕੇਂਦਰ 'ਚ ਪਾਲਿਸੀਆਂ ਨੂੰ ਡਿਸਾਈਡ ਕਰਦੇ ਆ, ਉਹੀ ਪ੍ਰੋਗਰਾਮ ਡਿਸਾਈਡ ਕਰਦੇ ਆ। ਤੇ ਉਹਨਾਂ ਨੂੰ ਲੱਗਦਾ ਹੈ ਕਿ ਇਸ ਵਾਰ ਜਿਹੜਾ ਇਹ ਵੀ ਹੋਣਾ ਚਾਹੀਦਾ ਹੈ ਕਿ ਜਿਹੜੀ ਉਹਨਾਂ ਦੀ ਸੋਚ ਹੈ, ਉਹਨਾਂ ਦੀ ਸਮਝ ਹੈ ਹਿੰਦੁਸਤਾਨ ਦੇ ਮੁਤਾਬਕ, ਉਹ ਉਸ ਏਜੰਡੇ ਨੂੰ ਤੈਅ ਕਰਨ, ਉਹ ਨੀਤੀਆਂ ਨੂੰ ਲੈ ਕੇ ਅੱਗੇ ਆਉਣ। ਨਹੀਂ, ਇਹਦੇ ਵਿੱਚ ਇੱਕ ਹੋਰ ਵੀ ਗੱਲ ਹੈਗੀ ਆ, ਉਹ ਇਹ ਆ ਕਿ ਜਿਹੜੀਆਂ ਸਾਊਥ ਦੀਆਂ ਸਟੇਟਾਂ ਹੈਗੀਆਂ, ਉਹਦੇ ਵਿੱਚ ਜਿਹੜੀਆਂ ਰਾਜ ਕਰਨ ਵਾਲੀਆਂ ਪਾਰਟੀਆਂ ਆ, ਹਨਾ, ਔਰ ਉਹ ਵੱਡੀਆਂ ਵੀ ਆ ਔਰ ਤਾਕਤਵਰ ਵੀ ਹੈਗੀਆਂ। ਜਦੋਂ ਉਹ ਉੱਪਰ ਕਿਹਦੇ ਨਾਲ ਯੂਨਾਈਟਿਡ ਫਰੰਟ ਬਣਾਉਣ, ਹਨਾ, ਉੱਪਰ ਜਾ ਕੇ, ਉਹ ਦੂਸਰੀ ਗੱਲ ਆ ਕਿ ਵੀ ਕੌਣ ਡਿਸਾਈਡ ਕਰਦਾ। ਡਿਸਾਈਡ ਉਹੀ ਕਰੇਗਾ ਜਿਹੜਾ ਰਾਜ 'ਚ ਆਏਗਾ, ਹਨਾ। ਜਿਹੜਾ ਸਟੇਟ ਨੇ ਡਿਸਾਈਡ ਕਰਨਾ ਹੁੰਦਾ, ਸਰਕਾਰ ਨੇ ਡਿਸਾਈਡ ਕਰਨਾ ਹੁੰਦਾ। ਔਰ ਉੱਪਰਲੀ ਜੋ ਹੁਣ ਤੱਕ ਦੀ ਕੰਪੋਜੀਸ਼ਨ ਰਹੀ ਆ ਕਿ ਆਮ ਤੌਰ ਤੇ ਜਿਹੜੇ ਨਾ ਉਹ ਉੱਪਰਲੇ ਸੂਬੇ ਆ, ਉਹਨਾਂ ਦੀ ਜੋ ਪਾਪੂਲੇਸ਼ਨ ਹੈ, ਉਹਨਾਂ ਦੀ ਜੋ ਵੋਟਾਂ ਦੀ ਗਿਣਤੀ ਹੈ, ਜੋ ਤਾਕਤ ਹੈ,
ਉਹਦੇ ਮੁਤਾਬਕ ਉਹ ਉੱਥੋਂ ਹੀ ਬਣਦਾ ਰਿਹਾ ਆ ਪ੍ਰਧਾਨ ਮੰਤਰੀ। ਲੇਕਿਨ ਦੇਵਗੌੜਾ ਜੀ ਵੀ ਬਣ ਹਟੇ ਆ, ਹਨਾ। ਔਰ ਉਹ ਤਾਂ ਉੱਤਰਲੇ ਸੂਬਿਆਂ ਦੇ ਵਿੱਚੋਂ ਨਹੀਂ ਸੀ, ਹਨਾ। ਇਸ ਕਰਕੇ ਇਹ ਜਿਹੜਾ ਪਰ ਦੇਖਿਆ ਉਸ ਸਮੇਂ ਚਾਹਣਾ ਜੀ ਬਹੁਤਾ ਕੁਝ ਹੋ ਨਹੀਂ ਸਕਿਆ ਉਸ ਢੰਗ ਦਾ ਜਿਸ ਢੰਗ ਦਾ ਇਹ ਇਸ ਵਾਰੀ ਗੱਲਾਂ ਕਰ ਰਹੇ। ਉਹਨਾਂ ਨੂੰ ਕਿਤੇ ਨਾ ਕਿਤੇ ਚਾਹਣਾ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਹੈ, ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਸਾਡਾ ਏਜੰਡਾ ਜਿਹੜਾ ਉਹ ਫੈਡਰਲਿਜ਼ਮ ਨੂੰ ਮਜ਼ਬੂਤ ਕਰੇਗਾ, ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਇਹ ਵੀ ਭਾਵਨਾ ਹੈ। ਇਹ ਫੈਡਰਲਿਜ਼ਮ ਹੀ ਤੇ ਜਾਂ ਜਿਹੜੀ ਕਮਿਊਨਲ ਹਾਰਮਨੀ ਆ, ਇਹਦੇ ਤੇ ਮੈਨੂੰ ਲੱਗਦਾ ਹੈ ਕਿ ਲੋਕ ਜ਼ਿਆਦਾ ਧਿਆਨ ਦੇਣਗੇ ਕਿ ਫੈਡਰਲਿਜ਼ਮ, ਕਿਉਂਕਿ ਸਟੇਟਾਂ ਦੇ ਅਧਿਕਾਰ ਸੁੱਕੜ ਗਏ ਆ, ਉਹਨਾਂ ਦੇ ਜਿਹੜੇ ਆ ਉਹ ਖਜ਼ਾਨੇ ਸੁੱਕੜ ਗਏ ਆ, ਜਾਂ ਉਹਨਾਂ ਨੂੰ ਜਿਨ੍ਹਾਂ ਨੂੰ ਡਿਲੇ ਕੀਤਾ ਜਾ ਰਿਹਾ ਜਾਣਬੁੱਝ ਕੇ GST ਦਾ ਸ਼ੇਅਰ ਦੇਣ ਦੇ ਲਈ, ਉਹ ਉਹੀ ਹੈਗੇ ਜਿਹਦੇ ਚ ਕੇਂਦਰ ਦੀ ਤੇ ਰਾਜ ਕਰਨ ਵਾਲੀ ਪਾਰਟੀ ਦੀਆਂ ਸਰਕਾਰਾਂ ਨਹੀਂ ਹੈਗੀਆਂ, ਹਨਾ। ਚਾਹਨਾ ਜੀ ਔਰ ਆਪਣਾ ਇਹ ਸ਼ੋਅ ਦਾ ਸ਼ਿਕਾਇਤ ਸਮਾਂ ਵੀ ਸਮਾਪਤੀ ਵੱਲ ਵਧ ਰਿਹਾ ਤੇ ਤੁਸੀਂ ਆਪਦੀ ਗੱਲ ਪੂਰੀ ਕਰ ਲਓ। ਤੇ ਇੱਕ ਨਾਲ ਇਹਦੇ ਸਵਾਲ ਇਹ ਹੈਗਾ ਕਿ ਖੱਬੀਆਂ ਪਾਰਟੀਆਂ ਦੀ ਕੀ ਭੂਮਿਕਾ ਹੈਗੀ। ਜਿਵੇਂ ਤੁਸੀਂ UPA 'ਚ ਦੱਸਿਆ ਕਿ ਖੱਬੀਆਂ ਪਾਰਟੀਆਂ ਦਾ ਉਦੋਂ ਖੱਬੀਆਂ ਪਾਰਟੀਆਂ ਦੇ ਆਗੂ ਵੀ ਜਿਹੜੇ ਸੀ ਬੜੇ ਸਿਰਕੱਢ ਆਗੂ ਸੀ ਜਿਨ੍ਹਾਂ ਨੇ ਉਦੋਂ ਭੂਮਿਕਾ ਨਿਭਾਈ। ਤਾਂ ਹੁਣ ਇਹਦੀ ਭੂਮਿਕਾ ਨੂੰ ਕਿੱਦਾਂ ਦੇਖਦੇ ਹੋ? ਜਿਹੜਾ ਕੇਂਦਰੀ ਕੋਈ ਵੀ ਮਹਾਜ ਬਣਦਾ ਜਾਂ ਫਰੰਟ ਬਣਦਾ ਭਾਰਤੀ ਜਨਤਾ ਪਾਰਟੀ ਦਾ ਬਦਲ ਬਣਨ ਦੇ ਲਈ, ਉਹਦੇ ਵਿੱਚ ਤੁਹਾਡੀ ਕੀ ਰਾਏ? ਸਿੰਪਲੀ ਦੋ ਫਿਕਰੇ ਇਹ ਆ ਕਿ ਉਹ ਯੂਨਾਈਟਿਡ ਫਰੰਟ ਹੀ ਸਫਲ, ਜਿਹੜਾ ਨਾ ਯਕੀਨੀ ਤੌਰ ਤੇ ਸਫਲ ਹੋਏਗਾ ਜਿਹਦੇ ਚ ਖੱਬੀਆਂ ਪਾਰਟੀਆਂ ਤੇ ਕਾਂਗਰਸ ਵੀ ਸ਼ਾਮਲ ਹੋਏਗੀ। ਔਰ ਕਾਂਗਰਸ ਨੈਸ਼ਨਲ ਲੈਵਲ ਦੀ ਪਾਰਟੀ ਹੈਗੀ ਆ, ਕਿਤੇ ਥੋੜਾ ਕਿਤੇ ਬਹੁਤ ਹਰ ਜਗ੍ਹਾ ਉਹਦਾ ਪ੍ਰਭਾਵ ਹੈਗਾ ਆ। ਤੇ ਕੇਰਲਾ ਦੇ ਵਿੱਚ ਰਾਜ ਕਰਦੀਆਂ ਖੱਬੀਆਂ ਪਾਰਟੀਆਂ, ਤੇ ਖੱਬੀਆਂ ਪਾਰਟੀਆਂ ਦਾ ਵੀ ਕੁਛ ਨਾ ਕੁਛ ਪਰਸੈਂਟੇਜ ਬਹੁਤ ਦੂਰ ਤੱਕ ਫੈਲਿਆ ਹੋਇਆ। ਔਰ ਜਿਹੜਾ ਕਿ ਪੱਛਮੀ ਬੰਗਾਲ ਦੇ ਵਿੱਚ ਵੀ, ਤ੍ਰਿਪੁਰਾ ਦੇ ਵਿੱਚ ਵੀ ਰਾਜ ਵੀ ਕਰਦੇ ਰਹੇ। ਕਈ ਜਗ੍ਹਾ ਤੇ ਯੂਨਾਈਟਿਡ ਫਰੰਟ ਬਣਦੇ ਰਹੇ ਜਿਨ੍ਹਾਂ 'ਚ ਖੱਬੀਆਂ ਪਾਰਟੀਆਂ ਸ਼ਾਮਲ ਹੁੰਦੀਆਂ ਰਹੀਆਂ, ਜਿਨ੍ਹਾਂ 'ਚ ਪੰਜਾਬ ਵੀ ਸ਼ਾਮਲ ਰਿਹਾ ਕਿਸੇ ਵੇਲੇ। ਔਰ ਖੱਬੀਆਂ ਪਾਰਟੀਆਂ ਦੇ ਮੰਤਰੀ ਵੀ ਰਹੇ ਆ ਉਹਦੇ ਵਿੱਚ, ਹਨਾ। ਔਰ ਉਹ ਜਿਸ ਤਰ੍ਹਾਂ ਦਾ ਵਿਸ਼ਾ ਇੱਕ ਵੱਖਰਾ ਵਿਸ਼ਾ ਹੈਗਾ। ਇਸ ਕਰਕੇ ਉਹ ਜਿਹੜਾ ਮੈਂ ਇਸ ਕਰਕੇ ਜ਼ੋਰ ਦਿੰਦਾ ਸੀ ਕਿ ਜਿਹੜਾ ਸਿਸਟਮ ਅਸੀਂ ਚੋਣਾਂ ਦਾ ਅਡਾਪਟ ਕੀਤਾ ਹੋਇਆ, ਉਹਦੇ 'ਚ ਥੋੜ੍ਹੀਆਂ ਵੋਟਾਂ ਦੀ ਗਿਣਤੀ ਦਾ ਵੀ ਜਿਹੜਾ ਨਾ ਬਹੁਤ ਵੱਡਾ ਰੋਲ ਹੋ ਸਕਦਾ ਆ ਜਦੋਂ ਨੈਕ ਟੂ ਨੈਕ ਫਾਈਟ ਹੋਵੇ। ਔਰ ਇਹਨਾਂ ਦੇ ਪ੍ਰੋਗਰਾਮਾਂ 'ਚ ਕੋਈ ਬਹੁਤ ਵੱਡੀ ਫਰਕ ਨਹੀਂ ਨਜ਼ਰ ਆਉਂਦਾ ਹੈਗਾ। ਏਜੰਡਾ ਉਹੀ ਬਣਨਾ ਆ ਕਿ ਕੀ ਫੈਡਰਲਿਜ਼ਮ ਤੇ ਕਮਿਊਨਲ ਹਾਰਮਨੀ ਜਿਹੜਾ ਇਹਨਾਂ ਦਾ ਏਜੰਡਾ ਹੈ, ਜੇ ਇਹ ਹੈ ਤੇ ਇਹਦੇ ਤੇ ਇਕੱਠੇ ਹੋਣ ਦੇ ਲਈ ਇਹ ਤਾਕਤਾਂ ਦਾ ਇਕੱਠੇ ਹੋਣਾ ਬਹੁਤ ਜ਼ਰੂਰੀ ਆ। ਇਹ ਯੂਨਾਈਟਿਡ ਫਰੰਟ ਦੇ ਵਿੱਚ ਜਨਰਲ ਸਾਹਿਬ ਐਂ ਹੀ ਹੁੰਦਾ ਪਹਿਲਾਂ ਡਿਫਰੈਂਸਿਸ ਉੱਭਰ ਕੇ ਸਾਹਮਣੇ ਆਉਣਗੇ, ਫਿਰ ਇੱਕ ਇੱਕ ਕਰਕੇ ਉਹ ਛਾਂਟੀ ਹੁੰਦੀ ਜਾਏਗੀ। ਜਦੋਂ ਲੱਗੇਗਾ ਕਿ ਨਹੀਂ ਟੁੱਟ ਜਾਊਗਾ, ਫਿਰ ਆ ਕੇ ਜਿਹੜਾ ਨਾ ਯੂਨਾਈਟਿਡ ਫਰੰਟ ਜਿਹੜੇ ਨਾ ਕਾਇਮ ਹੁੰਦੇ ਆ। ਫਟਾਫਟ ਬੈਠ ਕੇ ਲੀਡਰ ਜਿਹੜੇ ਨਾ ਉਹ ਮਤਾ ਕਰਕੇ ਪਾਸ ਨਹੀਂ ਕਰ ਸਕਦੇ, ਹੇਠਾਂ ਤੱਕ ਸਹਿਮਤੀ ਬਣਾਉਣੀ ਪੈਂਦੀ। ਆਪਣੇ ਜਿਹੜੀਆਂ ਪਾਰਟੀਆਂ ਦਾ ਕੈਡਰ ਵੀ ਹੁੰਦਾ, ਉੱਥੋਂ ਤੱਕ ਵੀ ਸਹਿਮਤੀ ਜਿਹੜੀ ਨਾ ਉਹ ਬਣਾਉਣੀ ਪੈਂਦੀ। ਨਹੀਂ ਚਾਹਨਾ ਜੀ ਇੱਕ ਇਹਦੇ 'ਚ ਇਹ ਵੀ ਹੈ ਨਾਲ ਕਿ ਜਿਸ ਤਰ੍ਹਾਂ ਹੁਣ ਪ੍ਰਸ਼ਾਂਤ ਕਿਸ਼ੋਰ ਨੇ ਇੱਕ ਗੱਲ ਕਹੀ ਸੀਗੀ ਜਦੋਂ ਉਹ ਕਾਂਗਰਸ ਨੂੰ ਆਪਣੀਆਂ ਪ੍ਰੈਜੈਂਟੇਸ਼ਨ ਦੇ ਰਿਹਾ ਸੀ ਕਿ 200 ਸੀਟਾਂ ਤਾਂ ਹਿੰਦੁਸਤਾਨ 'ਚ ਐਸੀਆਂ ਹੈਗੀਆਂ ਜਿਹਦੇ ਤੇ ਕਾਂਗਰਸ ਤੇ BJP ਦੀ ਸਿੱਧੀ ਟੱਕਰ ਹੈ। ਜੀ ਤੇ ਬਾਕੀ ਥਾਵਾਂ ਤੇ ਜਿਹੜੀ ਹੈ ਕਾਂਗਰਸ ਨੂੰ ਰੀਜਨਲ ਪਾਰਟੀਆਂ ਨਾਲ ਗੱਠਜੋੜ ਕਰ ਲਏ ਤਾਂ ਇਹ ਸਫਲ ਹੋ ਸਕਦਾ। ਪਰ ਆਪਾਂ ਜੇ ਇਹ ਦੇਖੀਏ ਕਿ ਜੇ ਇਸ ਤਰ੍ਹਾਂ ਦੀ ਸਥਿਤੀ ਹੈ ਜਿਹਦੇ ਵਿੱਚ ਇਹ ਖੇਤਰੀ ਪਾਰਟੀਆਂ ਵੱਖਰਾ ਫਰੰਟ ਬਣਾ ਲੈਂਦੀਆਂ ਤਾਂ ਉਹ ਵੱਖਰੇ ਤੌਰ ਤੇ ਲੜਨਾ ਚਾਹੁੰਦੀਆਂ, ਤੇ ਫਿਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਾਰੀ ਸਥਿਤੀ? ਨਹੀਂ, ਮੇਰਾ ਇਹ ਮੰਨਣਾ ਕਿ ਜਦੋਂ ਇਹ ਪ੍ਰੋਸੈਸ ਦੇ ਵਿੱਚੋਂ ਦੀ ਅੱਗੇ ਨੂੰ ਵਧਣਗੀਆਂ ਤਾਂ ਡਿਫਰੈਂਸਿਸ ਘਟਣਗੇ। ਇਹਨਾਂ ਦਾ ਇੱਕ ਸਟੇਜ ਤੇ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਸੰਭਵ ਹੈਗਾ ਆ। ਕੋਈ ਜ਼ਿੱਦਬਾਜ਼ੀ ਵਾਲੀ ਮੈਨੂੰ ਕੋਈ ਗੱਲ ਨਜ਼ਰ ਨਹੀਂ ਆਉਂਦੀ। ਜਿਹੜਾ ਖੱਬੀਆਂ ਪਾਰਟੀਆਂ ਕਾਂਗਰਸ ਦੇ ਨਾਲ ਰਲ ਕੇ ਚੱਲਦੀਆਂ ਰਹੀਆਂ ਆ। ਔਰ ਇਸੇ ਤਰ੍ਹਾਂ DMK ਜਿਹੜੀ ਹੈਗੀ ਆ ਉਹ ਕਾਂਗਰਸ ਦੇ ਨਾਲ ਮਿਲ ਕੇ ਚੱਲ ਰਹੀ ਆ। ਔਰ ਇਸ ਤਰ੍ਹਾਂ ਜਿਹੜੀਆਂ ਦੂਸਰੀਆਂ ਪਾਰਟੀਆਂ ਦਾ ਕਿੰਨਾ ਕੁ ਵਿਰੋਧ ਹੋਏਗਾ ਜਦੋਂ ਏਜੰਡੇ ਤੇ ਜਿਹੜੀ ਗੱਲ ਹੈ। ਉਦਾਂ ਤਾਂ ਚਾਹਨਾ ਜੀ ਬਿਹਾਰ 'ਚ ਵੀ ਪਹਿਲਾਂ ਤਾਂ RJD ਮਿਲ ਕੇ ਚੱਲਦੀ ਸੀ ਕਾਂਗਰਸ ਨਾਲ। ਬਿਲਕੁਲ ਜੋ ਫੋਰਸਸ ਕਿਸੇ ਅਜੇ ਪੜਾਅ ਦੇ ਹੈਗੀਆਂ। ਉੱਤੇ ਸਮਾਜਵਾਦੀ ਪਾਰਟੀ ਵੀ ਪਹਿਲਾਂ UP 'ਚ ਕਾਂਗਰਸ ਨਾਲ ਮਿਲ ਕੇ ਚੱਲਦੀ ਸੀ। ਹਾਂ, ਉਹ ਜਿਹੜੀਆਂ ਗਲਤ ਫਹਿਮੀਆਂ ਦੇ ਵਿੱਚੋਂ ਲੰਘ ਕੇ ਇਹਨਾਂ ਨੇ ਹਾਰ ਦਾ ਮੂੰਹ ਦੇਖਿਆ ਆ, ਉਹਦੇ ਤੋਂ ਵੀ ਤਾਂ ਸਬਕ ਲੈਣਗੀਆਂ ਨਾ ਕਿ ਛੋਟੇ ਜਿਹੇ ਮਸਲੇ ਨੂੰ ਸਾਹਮਣੇ ਰੱਖ ਕੇ ਦਫੇੜ ਪਾ ਲਈ ਜਾਂ ਇਕੱਠੇ ਨਹੀਂ ਹੋਏ ਤਾਂ ਉਹਦਾ ਰਿਜ਼ਲਟ ਕੀ ਨਿਕਲਿਆ? ਰਿਜ਼ਲਟ ਉਹ ਨਿਕਲਿਆ ਜਿਹੜਾ ਕਦਾਚਿਤ ਨਹੀਂ ਸੀ ਚਾਹੁੰਦੇ, ਹਨਾ। ਹੁਣ ਉਹਦੇ ਤੋਂ ਕੁਛ ਤਾਂ ਸਿੱਖਿਆ ਹੋਏਗਾ ਹੀ। ਇਹ ਆਰੰਭਕ ਪੋਜੀਸ਼ਨ ਜਿਹੜੀ ਹੈ, ਮੁੱਢਲੀ ਸਟੇਜ ਦੇ ਉੱਤੇ ਐਂ ਹੀ ਸ਼ੁਰੂ ਹੁੰਦਾ ਆ। ਜਦੋਂ ਇਹ ਇਕੱਠੇ ਚੱਲਣਾ ਸ਼ੁਰੂ ਕਰਨਗੇ ਤਾਂ ਇਹ ਸੌਰਟ ਆਊਟ ਹੋ ਜਾਏਗਾ। ਮੇਰਾ ਖਿਆਲ ਹੈ ਕਿ ਰੀਜਨਲ ਪਾਰਟੀਆਂ ਜਿਹਦੇ 'ਚ ਆਮ ਆਦਮੀ ਪਾਰਟੀ ਵੀ ਸ਼ਾਮਲ ਆ, ਹਮੇਸ਼ਾ, ਹੈ ਨਾ, ਉਹਦੇ 'ਚ ਖੱਬੀਆਂ ਪਾਰਟੀਆਂ ਜਿਨ੍ਹਾਂ ਦਾ, ਉਹਦੇ ਵਿੱਚ ਕਾਂਗਰਸ ਪਾਰਟੀ,
ਇਹ ਸਾਰਾ ਮਿਲ ਕੇ ਫਰੰਟ ਬਣਾ ਦੇਣਗੇ ਜੇ ਤਾਂ 2024 ਦੀਆਂ ਚੋਣਾਂ ਦੇ ਵਿੱਚ ਇਹਨਾਂ ਨੂੰ ਸਫਲਤਾ ਮਿਲਣੀ ਜਿਹੜੀ ਨਾ ਉਹ ਯਕੀਨੀ ਹੋ ਜਾਏਗੀ। ਚੰਨਾ ਜੀ, ਹੁਣ ਆਪਣੇ ਸ਼ੋਅ ਦਾ ਸਮਾਂ ਵੀ ਸਮਾਪਤ ਹੋ ਗਿਆ। ਜਿਹੜੇ ਦੋਸਤ ਸਾਡੇ ਇਸ ਸ਼ੋਅ ਨਾਲ ਜੁੜੇ, ਉਹਨਾਂ ਨੂੰ ਜੇ ਸਾਡਾ ਇਹ ਦੋਸਤੋ ਪ੍ਰੋਗਰਾਮ ਪਸੰਦ ਆਇਆ ਹੋਵੇ, ਖਾਸ ਕਰਕੇ ਕਿਉਂਕਿ 2024 ਦੀ ਜਿਹੜੇ ਚੋਣਾਂ ਆ ਰਹੀਆਂ ਲੋਕ ਸਭਾ ਦੀਆਂ, ਉਹਦੇ ਬਾਰੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਹੋ ਰਹੀਆਂ ਔਰ ਭਾਰਤੀ ਜਨਤਾ ਪਾਰਟੀ ਬੜੇ ਭਰੋਸੇ ਨਾਲ ਇਹ ਗੱਲ ਕਹਿ ਰਹੀ ਹੈ। ਤਾਂ ਇਹ ਸਾਰੀ ਸਥਿਤੀ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਜਿਹੜੀ ਚਰਚਾ ਕੀਤੀ ਹੈ, ਜੇ ਦੋਸਤੋ ਤੁਹਾਨੂੰ ਪਸੰਦ ਆਈ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਕਰਨਾ, ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕਰਨਾ ਤੇ ਨਾਲ ਦੀ ਨਾਲ ਸਾਡੇ ਜਿਹੜੇ ਚੈਨਲ ਹੈ ਉਸ ਨੂੰ ਵੀ ਸਬਸਕ੍ਰਾਈਬ ਕਰਨਾ। ਚਾਹਨਾ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਸ਼ੁਕਰੀਆ ਜਨਰਲ ਸਾਹਿਬ।